ਡੰਡੌਤ ਬੰਧਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਹੇ ਪ੍ਰਾਣਨਾਥ ਗੋਬਿੰਦ ਹੈ, ਕਿਰਪਾ ਨਿਧਾਨ ਜਗਤ ਗੁਰੂ। ਹੇ ਸੰਸਾਰ ਤਾਪ ਹਰਨ ਹੈ, ਕਰੁਣਾ ਮੈਂ ਸਭ ਦੁਖ ਹਰੋ। ਹੇ ਸਰਨ ਜੋਗ ਦਇਆਲ ਹੈ, ਦੀਨਾਨਾਥ ਮਇਆ ਕਰੋ। ਸਰੀਰ ਸਵਸਥ ਖੀਨ ਸਮੈ, ਸਿਮਰੰਤ ਨਾਨਕ ਰਾਮ ਦਮੋਦਰ ਮਾਧਵ ਹੈ। ਮੈਂ ਪਤ ਕੀ ਪੰਦ, ਨਾ ਕਰਨੀ ਕੀ ਕਾਰ। ਹਉ ਬਿਗੜੈ ਰੂਪ ਰਹਾ ਬਿਕਰਾਲ, ਤੇਰਾ ਏਕ ਨਾਮ ਤਾਰੇ ਸੰਸਾਰ। ਮੈਂ ਏਹਾ ਆਸ ਏਹੋ ਆਧਾਰ, ਨਾ ਹਉ ਜਤੀ ਸਤੀ ਨਹੀਂ ਪੜਿਆ। ਮੂਰਖ ਮੁਗਦਾ ਜਨਮ ਭਇਆ, ਪ੍ਰਣਵਤ ਨਾਨਕ ਤਿਨ ਕੀ ਸਰਨਾ। ਜਿਨ ਤੂੰ ਨਾਹੀ ਬਿਸਰਿਆ, ਬੇਸੁਮਾਰ ਅਥਾਹ ਅਗਨਤ ਅਤੁਲੈ। ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੂਧ ਕਟੋਰੈ ਕਢਵੈ ਪਾਨੀ, ਕਪਲ ਗਾਏ ਨਾਮੈ ਦੁਹਿ ਆਨੀ। ਦੂਧ ਕਟੋਰੈ ਕਢਵੈ ਪਾਨੀ, ਕਪਲ ਗਾਏ ਨਾਮੈ ਦੁਹਿ ਆਨੀ। ਦੂਧ ਪੀਓ ਗੋਬਿੰਦੇ ਰਾਏ, ਦੂਧ ਪੀਓ ਮੇਰੋ ਮਨ ਪਤਿਆਏ। ਨਾਹੀ ਤਾ ਘਰ ਕੋ ਬਾਪ ਰਿਸਾਏ। ਰਹਾਉ ਸੋਇਨ ਕਟੋਰੀ ਅੰਮ੍ਰਿਤ ਭਰੀ, ਲੈ ਨਾਮੈ ਹਰਿ ਆਗੇ ਧਰੀ। ਏਕ ਭਗਤ ਮੇਰੇ ਹਿਰਦੇ ਬਸੈ, ਨਾਮੇ ਦੇਖ ਨਰਾਇਣ ਹਸੈ। ਦੂਧ ਪਿਆਏ ਭਗਤ ਘਰ ਆਇਆ, ਦੂਧ ਪਿਆਏ ਭਗਤ ਕਨ ਗਿਆ। ਨਾਮੇ ਹਰਿ ਕਾ ਦਰਸ਼ਨ ਭਇਆ, ਦੂਧ ਪਿਆਏ ਭਗਤ ਕਰ ਗਿਆ। ਨਾਮੇ ਹਰਿ ਕਾ ਦਰਸ਼ਨ ਭਇਆ, ਦੂਧ ਕਟੋਰੈ ਕਢਵੈ ਪਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਤਖਤ ਚਬਰ ਛਤਰ ਦੇ ਮਾਲਕ,
जुग जुग अटल। पतित पावन भगत वत्सल करन निधान। अंतरजामी शब्द गुर पीरा गहर गंभीरा। धन धन श्री गुरु ग्रंथ साहिब जी महाराज। सतगुरां दी साजी निवाजी परम सन्मान जोग। गुरु रूप खालसा साध संगत। सतगुरु महाराज जी की अपार किरपा दया सदका ਅੰਮ੍ਰਿਤ ਵੇਲੇ ਦਾ ਦੀਵਾਨ ਸਜ ਰਿਹਾ ਹੈ। ਸਜੇ ਹੋਏ ਦੀਵਾਨ ਅੰਦਰ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਰੂਪਾਂ ਦੇ ਪ੍ਰਕਾਸ਼ ਦੀ ਸੇਵਾ ਹੋਈ। ਨਿਤਨੇਮ ਅੰਮ੍ਰਿਤ ਬਾਣੀ ਦਾ ਪਾਠ ਹੋਇਆ। ਆਪ ਜੀ ਨੇ ਗੁਰੂ ਘਰ ਪਹੁੰਚ ਕੇ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਦੀਦਾਰ ਕੀਤੇ ਹਨ। ਅੰਮ੍ਰਿਤ ਬਾਣੀ ਸਰਵਣ ਕਰਕੇ ਆਪਣੇ ਜੀਵਨ ਦਾ ਮਹਾਨ ਲਾਹਾ ਪ੍ਰਾਪਤ ਕੀਤਾ, ਆਨੰਦ ਮਾਣਿਆ। ਸਤਿਗੁਰੂ ਮਹਾਰਾਜ ਜੀ ਦੀ ਅਪਾਰ ਕਿਰਪਾ ਸਦਕਾ ਗੁਰਬਾਣੀ ਦੀ ਲੜੀਵਾਰ ਕਥਾ ਦਾ ਸਮਾਂ ਹੋਇਆ ਹੈ। ਸਤ ਸੰਗਤ ਦੀਆਂ ਇਹਨਾਂ ਘੜੀਆਂ ਵਿੱਚ ਗੁਰੂ ਚਰਨਾਂ ਨਾਲ ਜੁੜ ਕੇ ਲਾਹਾ ਪ੍ਰਾਪਤ ਕਰੀਏ। ਸਤਿਗੁਰੂ ਜੀ ਫਰਮਾਉਂਦੇ ਨੇ, ਸਤ ਸੰਗਤ ਮਿਲੀਐ ਹਰ ਸਾਧੂ, ਮਿਲ ਸੰਗਤ ਹਰ ਗੁਣ ਗਾਏ। ਗਿਆਨ ਰਤਨ ਬਲਿਆ ਘਟ ਚਾਨਣ, ਅਗਿਆਨ ਅੰਧੇਰਾ ਜਾਏ। ਜੋ ਗੁਰਮੁਖ ਸਤ ਸੰਗਤ ਵਿੱਚ ਹਰੀ ਵਾਹਿਗੁਰੂ ਪਰਮੇਸ਼ਰ ਦੇ ਸਾਧੂਆਂ ਦੇ ਨਾਲ, ਸਤਿਪੁਰਖਾਂ ਦੇ ਨਾਲ ਮਿਲਦੇ ਹਨ, ਜਿਨ੍ਹਾਂ ਨੇ ਸਤ ਸੰਗਤ ਵਿੱਚ ਜੁੜ ਕੇ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਉਣਾ ਕੀਤੇ ਹਨ, ਉਹਨਾਂ ਦੇ ਹਿਰਦੇ ਵਿੱਚੋਂ ਅਗਿਆਨਤਾ ਦਾ ਹਨੇਰਾ ਮਿਟ ਜਾਂਦਾ ਹੈ। ਉਹਨਾਂ ਦੇ ਹਿਰਦੇ ਅੰਦਰ ਗੁਰੂ ਦੇ ਸ਼ਬਦ ਦਾ, ਗਿਆਨ ਦਾ ਦੀਵਾ ਬਲ ਜਾਂਦਾ ਹੈ ਔਰ ਸਤ ਸੰਗਤ ਵਿੱਚੋਂ ਬੇਅੰਤ ਹੀ ਦਾਤਾਂ ਪ੍ਰਾਪਤ ਹੁੰਦੀਆਂ ਨੇ। ਜਿੱਥੇ ਮਹਾਰਾਜ ਨੇ ਬਚਨ ਕੀਤੇ ਹਨ, ਸਾਧ ਸੰਗ ਉਧਾਰ ਇਹੋ ਮਨ, ਆਠ ਪਹਿਰ ਆਰਾਤ। ਹੇ ਭਾਈ, ਸਤ ਸੰਗਤ ਵਿੱਚ ਜੁੜ ਕੇ ਆਪਣੇ ਮਨ ਦਾ ਉਧਾਰ ਕਰਿਆ ਕਰ। ਆਪਣੇ ਆਪ ਦਾ ਪਾਰ ਉਤਾਰਾ ਕਰਨਾ ਸਿੱਖ ਲੈ। ਜੇ ਤੂੰ ਸਤ ਸੰਗਤ ਵਿੱਚ ਜੁੜ ਕੇ ਆਪਣੇ ਮਨ ਨੂੰ ਪਰਮਾਤਮਾ ਨਾਲ ਜੋੜ ਲਵੇਂ, ਆਠ ਪਹਿਰ ਹਰ ਆਰਾਤ, ਅੱਠੇ ਪਹਿਰ ਪਰਮਾਤਮਾ ਨੂੰ ਸਿਮਰਨਾ ਕਰੇ। ਕਾਮ ਕ੍ਰੋਧ ਅਹੰਕਾਰ ਬਿਨਸੈ, ਮਿਟੈ ਸਗਲ ਉਪਾਦ। ਤੇਰੇ ਜੀਵਨ ਅੰਦਰੋਂ ਕਾਮ ਕ੍ਰੋਧ ਵਿਕਾਰ ਮਿਟ ਜਾਣਗੇ। ਸਾਰੀਆਂ ਹੀ ਉਪਾਧੀਆਂ ਜੋ ਜੀਵਨ ਅੰਦਰ ਬਣੀਆਂ ਹੋਈਆਂ ਨੇ, ਉਹ ਖਤਮ ਹੋ ਜਾਣਗੀਆਂ। ਬੇਅੰਤੀ ਵਡਿਆਈ ਹੈ ਸਾਧ ਸੰਗਤ ਦੀ, ਜੋ ਸਤਿਗੁਰਾਂ ਨੇ ਸਾਨੂੰ ਇਹ ਅਮੁੱਲਕ ਸਮਾਂ ਬਖਸ਼ਿਆ ਹੈ। ਭਗਤ ਕਬੀਰ ਜੀ ਬਚਨ ਕਰਦੇ ਨੇ, ਕਬੀਰ ਏਕ ਘੜੀ ਆਧੀ ਘੜੀ, ਆਧੀ ਹੂੰ ਤੇ ਆਦ। ਭਗਤਨ ਸੇਤੀ ਗੋਸ਼ਟੀ, ਜੋ ਕੀਨੇ ਸੋ ਲਾਭ। ਕਿਸੇ ਨੇ ਅੱਧੀ ਘੜੀ, ਕਿਸੇ ਨੇ ਇੱਕ ਘੜੀ, ਔਰ ਜੇ ਇੰਨਾ ਸਮਾਂ ਵੀ ਨਹੀਂ, ਫਿਰ ਅੱਧੀ ਤੋਂ ਅੱਧੀ ਘੜੀ।
ਪਰਮਾਤਮਾ ਦੇ ਪਿਆਰਿਆਂ ਦੇ ਨਾਲ ਮਿਲ ਕੇ ਵਾਹਿਗੁਰੂ ਦੇ ਗੁਣ ਗਾਉਣਾ ਕੀਤੇ ਹਨ, ਉਹਨਾਂ ਨੂੰ ਇਹ ਲਾਭ ਪ੍ਰਾਪਤ ਹੁੰਦਾ ਹੈ। ਸਤ ਸੰਗਤ ਵਿੱਚ ਆਉਣ ਕਰਕੇ ਜੀਵਨ ਅੰਦਰ ਵਾਹਿਗੁਰੂ ਦਾ ਪ੍ਰੇਮ ਪੈਦਾ ਹੋ ਜਾਂਦਾ ਹੈ। ਸੋ ਐਸਾ ਸਤਿਗੁਰਾਂ ਨੇ ਸਾਨੂੰ ਅਮੁੱਲਕ ਸਮਾਂ ਬਖਸ਼ਿਆ ਹੈ ਜੀਵਨ ਦੇ ਅੰਦਰ। ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਨਾਲ ਚਿੱਤ ਕਰਕੇ ਜੁੜੀਏ, ਇਕਾਗਰਤਾ ਬਣਾਈਏ ਔਰ ਗੁਰਬਾਣੀ ਦੀ ਆ ਰਹੀ ਕਥਾ ਸਰਵਣ ਕਰਕੇ ਆਪਣੇ ਜੀਵਨ ਦਾ ਹੋਰ ਲਾਹਾ ਪ੍ਰਾਪਤ ਕਰੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੂਧ ਕਟੋਰੇ ਕਟਵੇ ਪਾਣੀ। ਸਾਧ ਸੰਗਤ, ਭਗਤ ਨਾਮਦੇਵ ਜੀ ਨਰਸਰੀ ਬਾਹਮਣੀ ਵਿੱਚ ਹੋਏ ਹਨ, ਜੋ ਹਜ਼ੂਰ ਸਾਹਿਬ ਤੋਂ ਅੱਗੇ ਜੋ ਸੰਗਤ ਉੱਥੇ ਦਰਸ਼ਨ ਕਰਨ ਵੀ ਜਾਂਦੀ ਹੈ। ਭਗਤ ਨਾਮਦੇਵ ਜੀ ਦੇ ਪਿਤਾ ਮਹਾਂਪੁਰਖ ਬਚਨ ਕਰਿਆ ਕਰਦੇ ਕਿ ਉਹ ਪਹਿਲਾਂ ਹੀ ਸੰਸਾਰ ਤੋਂ ਚਲੇ ਗਏ ਸਨ ਔਰ ਇਹਨਾਂ ਦੀ ਮਾਤਾ ਆਪਣੇ ਪੇਕੇ ਘਰ ਆਪਣੇ ਪਿਤਾ ਜੀ ਦੇ ਕੋਲ ਰਿਹਾ ਕਰਦੀ। ਆਪਣੀ ਮਾਤਾ ਦੇ ਆਪਣੇ ਪਿਤਾ ਨੂੰ ਪਿਤਾ ਕਹਿਣ ਕਰਨ ਤੇ ਭਗਤ ਨਾਮਦੇਵ ਜੀ ਵੀ ਉਹਨਾਂ ਨੂੰ ਪਿਤਾ ਜੀ ਕਿਹਾ ਕਰਦੇ। ਭਗਤ ਨਾਮਦੇਵ ਜੀ ਦੇ ਜੋ ਸਾਧ ਸੰਗਤ ਨਾਨਾ ਜੀ ਸਨ, ਉਹ ਠਾਕਰਾਂ ਨੂੰ ਦੁੱਧ ਛਕਾਇਆ ਕਰਦੇ ਰੋਜ਼ਾਨਾ। ਉਹਨਾਂ ਦਾ ਨੇਮ ਸੀ ਠਾਕੁਰਾਂ ਦੀ ਪੂਜਾ ਕਰਨੀ, ਇਸ਼ਨਾਨ ਕਰਾਉਣਾ। ਤੇ ਇਸ ਤਰ੍ਹਾਂ ਭਗਤ ਨਾਮਦੇਵ ਜੀ ਵੀ ਆਪਣੇ ਨਾਨਾ ਜੀ ਦੇ ਨਾਲ ਜਾਇਆ ਕਰਦੇ। ਇੱਕ ਸਮੇਂ ਕੀ ਹੋਇਆ ਕਿ ਇਹਨਾਂ ਦੇ ਨਾਨਾ ਜੀ ਦੇ ਤਾਈਂ ਕੋਈ ਕੰਮ ਪੈ ਗਿਆ ਬਾਹਰ ਜਾਣ ਵਾਸਤੇ। ਤਾਂ ਉਸ ਸਮੇਂ ਇਹਨਾਂ ਨੇ ਨਾਮਦੇਵ ਜੀ ਦੀ ਡਿਊਟੀ ਲਾ ਦਿੱਤੀ ਕਿ ਤੂੰ ਕੱਲ੍ਹ ਨੂੰ ਭਾਈ ਠਾਕੁਰਾਂ ਨੂੰ ਦੁੱਧ ਛਕਾਉਣਾ ਹੈ, ਭੋਗ ਲਵਾਉਣਾ ਹੈ। ਭਗਤ ਨਾਮਦੇਵ ਜੀ ਨੇ 7 ਬਚਨ ਕਹੇ ਔਰ ਉਸ ਸਮੇਂ ਇਹਨਾਂ ਦੇ ਨਾਨਾ ਜੀ ਬਾਹਰ ਚਲੇ ਗਏ। ਦੂਜੇ ਦਿਨ ਜਦੋਂ ਸਵੇਰਾ ਹੋਇਆ ਤੇ ਭਗਤ ਨਾਮਦੇਵ ਜੀ ਨੇ ਠਾਕੁਰਾਂ ਨੂੰ ਦੁੱਧ ਛਕਾਉਣ ਵਾਸਤੇ ਜਿੱਥੇ ਗਊ ਬੰਨ੍ਹੀ ਹੋਈ ਸੀ ਉੱਥੇ ਚਲੇ ਗਏ ਔਰ ਉਸ ਗਊ ਤੋਂ ਦੁੱਧ ਚੋਣਾ ਕੀਤਾ। ਸੋਨੇ ਦੀ ਗੜਬੀ ਸੀ ਜਿਸ ਦੇ ਵਿੱਚ ਇਹਨਾਂ ਦੇ ਨਾਨਾ ਜੀ ਦੁੱਧ ਚੋਇਆ ਕਰਦੇ। ਕਈ ਥਾਵਾਂ 'ਤੇ ਵਿਦਵਾਨਾਂ ਨੇ ਇਹਨਾਂ ਦੇ ਪਿਤਾ ਦੀ ਗੱਲ ਵੀ ਕੀਤੀ ਹੈ। ਭਾਵੇਂ ਪਿਤਾ ਜੀ ਹੋਣ ਭਾਵੇਂ ਨਾਨਾ ਜੀ ਹੋਣ, ਪਰ ਸਾਧ ਸੰਗਤ ਜਦੋਂ ਭਗਤ ਨਾਮਦੇਵ ਜੀ ਨੇ ਉਹਨਾਂ ਦਾ ਆਖਾ ਮੰਨ ਕੇ ਦੁੱਧ ਛਕਾਉਣ ਗਏ ਤਾਂ ਉਹਨਾਂ ਦਾ ਭੋਲਾ ਸੁਭਾਅ ਸੀ। ਭੋਲੇ ਸੁਭਾਅ ਕਰਕੇ ਠਾਕੁਰਾਂ ਨੂੰ ਬੇਨਤੀ ਕਰਦੇ ਨੇ, ਪਰ ਉੱਧਰ ਬੇਨਤੀ ਕਰਨ 'ਤੇ ਕੋਈ ਜਵਾਬ ਨਹੀਂ ਆ ਰਿਹਾ। ਤਾਂ ਅੱਗੋਂ ਮਨ ਦੇ ਵਿੱਚ ਇਹ ਖਿਆਲ ਪੈਦਾ ਹੋਇਆ ਕਿ ਮੇਰੇ ਨਾਲ ਪਰਮਾਤਮਾ ਭਗਵਾਨ ਜੀ ਗੁੱਸੇ ਵਿੱਚ ਹਨ, ਰੁੱਸੇ ਹੋਏ ਹਨ, ਨਾਰਾਜ਼ ਹਨ। ਤਾਂ ਉਸ ਸਮੇਂ ਆਪਣੇ ਮਨ ਦੇ ਵਿੱਚ ਹੀ ਇਹ ਵਾਅਦਾ ਕੀਤਾ ਕਿ ਮੈਂ ਵੀ ਅੱਜ ਕੁਝ ਛਕਾਂਗਾ ਨਹੀਂ। ਇੱਥੋਂ ਤੱਕ ਕਿ ਛੁਰੀ ਮਾਰਨ ਵਾਸਤੇ ਲੱਗੇ। ਆਪਣੇ ਪੇਟ ਵਿੱਚ
ਤਦੋਂ ਭਗਵਾਨ ਜੀ ਨੇ ਇਹਨਾਂ ਨੂੰ ਦਰਸ਼ਨ ਬਖਸ਼ੇ ਔਰ ਦੁੱਧ ਛਕਿਆ। ਇੱਥੇ ਭਗਤ ਜੀ ਆਪਣਾ ਜੋ ਉਹ ਨਿਸ਼ਚਾ ਸੀ ਨਾ, ਉਹ ਸਾਧ ਸੰਗਤਾਂ ਦੇ ਤਾਈਂ ਔਰ ਸਤਿਗੁਰੂ ਜੀ ਸਾਡੇ ਸਿੱਖਾਂ ਦੇ ਤਾਈਂ ਦੱਸਦੇ ਨੇ, ਭਾਈ ਭੋਲਾ ਸੁਭਾਅ ਹੋਣਾ ਚਾਹੀਦਾ ਹੈ, ਅੰਦਰ ਵਲ ਛਲ ਨਹੀਂ ਹੋਣਾ ਚਾਹੀਦਾ, ਮਨ ਦੇ ਵਿੱਚ ਖੋਟ ਨਹੀਂ ਹੋਣੀ ਚਾਹੀਦੀ। ਜਿਹਦੇ ਅੰਦਰ ਭੋਲਾ ਸੁਭਾਅ ਹੁੰਦਾ, ਭੋਲਾ ਸੁਭਾਅ ਗੋਬਿੰਦ ਮਿਲਾਵੇ, ਗੋਬਿੰਦ ਪਰਮਾਤਮਾ ਨੂੰ ਮਿਲਾ ਦਿੰਦਾ। ਮਨ ਦੇ ਅੰਦਰ ਸਰਲਤਾ ਹੋਣੀ ਚਾਹੀਦੀ ਹੈ। ਦੂਧ ਕਟੋਰੈ ਗੜਵੈ ਪਾਣੀ, ਭਗਤ ਜੀ ਨੇ ਕਪਲ ਗਾਏ ਤੋਂ ਦੁੱਧ ਚੋ ਕਰਕੇ ਤੇ ਗੜਵੇ ਦੇ ਵਿੱਚ ਪਾਣੀ ਪਾ ਲੈਣਾ ਕੀਤਾ। ਕਪਲ ਗਾਏ ਨਾਮੈ ਦਹਿ ਆਨੀ, ਜਿਹੜੀ ਕਪਲ ਕਾਲੇ ਥਣਾ ਵਾਲੀ ਗਾਂ ਸੀ, ਉਹ ਭਗਤ ਨਾਮਦੇਵ ਜੀ ਨੇ ਚੋ ਕਰਕੇ ਲੈ ਆਉਣਾ ਕੀਤੀ। ਦੂਧ ਪੀਓ ਗੋਬਿੰਦੇ ਰਾਏ, ਔਰ ਠਾਕਰਾਂ ਨੂੰ ਭੋਗ ਲਵਾਉਣ ਵਾਸਤੇ ਮੰਦਰ ਵਿੱਚ ਪਹੁੰਚੇ ਹਨ। ਪਹਿਲਾਂ ਸਾਵਧਾਨੀ ਦੇ ਨਾਲ ਇਸ਼ਨਾਨ ਕਰਾ ਕਰਕੇ ਫਿਰ ਦੁੱਧ ਦਾ ਭੋਗ ਲਵਾਉਣ ਵਾਸਤੇ ਬੇਨਤੀ ਕਰਦੇ ਨੇ, ਹੇ ਗੋਬਿੰਦੇ ਪਰਮੇਸ਼ਰ ਰਾਏ, ਸਾਰਿਆਂ ਦੇ ਰਾਜਾ, ਇਹ ਨਾਮਦੇਵ ਤੁਹਾਡੇ ਵਾਸਤੇ ਦੁੱਧ ਲੈ ਕੇ ਆਇਆ, ਤੁਸੀਂ ਦੁੱਧ ਛਕਣਾ ਕਰੋ। ਦੂਧ ਪੀਓ ਮੇਰੋ ਮਨ ਪਤੀ ਆਏ, ਜੇ ਤੁਸੀਂ ਦੁੱਧ ਛਕ ਲਓਗੇ ਨਾ ਤਾਂ ਮੇਰੇ ਮਨ ਵਿੱਚ ਭਰੋਸਾ ਆ ਜਾਵੇਗਾ, ਮੇਰਾ ਮਨ ਪਤੀਜ ਜਾਵੇਗਾ ਆਪ ਜੀ ਦੇ, ਇਸ ਲਈ ਦੁੱਧ ਪੀਣਾ ਕਰੋ। ਨਾਹੀ ਤਾਂ ਘਰ ਕੋ ਪਾਪ ਰਸਾਏ, ਪਰ ਜੇ ਤੁਸੀਂ ਦੁੱਧ ਨਾ ਛਕਿਆ ਤਾਂ ਜਿਹੜਾ ਮੇਰੇ ਘਰ ਦਾ ਬਾਪ ਹੈ, ਮੇਰਾ ਨਾਨਾ ਜਾਂ ਮੇਰਾ ਪਿਤਾ, ਉਹ ਗੁੱਸੇ ਹੋਵੇਗਾ। ਉਹ ਕਹੇਗਾ ਕਿ ਨਾਮਦੇਵ, ਤੈਨੂੰ ਮੈਂ ਜ਼ਿੰਮੇਵਾਰੀ ਦੇ ਕੇ ਗਿਆ ਸੀ ਪਰ ਤੂੰ ਉਹ ਪੂਰੀ ਨਹੀਂ ਕੀਤੀ, ਇਸ ਲਈ ਜਿਹੜਾ ਮੇਰੇ ਘਰ ਦਾ ਬਾਪੂ ਹੈ, ਮੇਰਾ ਪਿਤਾ, ਮੇਰਾ ਨਾਨਾ, ਉਹ ਮਨ ਵਿੱਚ ਰਸਾਏ ਗੁੱਸੇ ਹੋ ਜਾਵੇਗਾ। ਸੋਇਨ ਕਟੋਰੀ ਅੰਮ੍ਰਿਤ ਭਰੀ, ਵਿਸ਼ਰਾਮ ਦੇ ਕੇ ਭਗਤ ਜੀ ਫਰਮਾਉਂਦੇ ਨੇ, ਸੋਨੇ ਦੀ ਜਿਹੜੀ ਕਟੋਰੀ ਸੀ ਗੜਬੀ, ਉਹ ਭਗਤ ਜੀ ਨੇ ਅੰਮ੍ਰਿਤ ਦੁੱਧ ਦੇ ਨਾਲ ਭਰ ਲੈਣਾ ਕੀਤੀ। ਲੈ ਨਾਮੈ ਹਰਿ ਆਗੈ ਧਰੀ, ਔਰ ਉਹ ਕਟੋਰੀ ਭਗਤ ਨਾਮਦੇਵ ਜੀ ਨੇ ਹਰੀ ਪਰਮਾਤਮਾ ਦੇ ਅੱਗੇ ਰੱਖ ਦਿੱਤੀ। ਜਿਹੜਾ ਠਾਕੁਰ ਸੀ ਨਾ, ਠਾਕੁਰ ਕਹਿੰਦੇ ਨੇ ਪੱਥਰ ਦੇ ਤਾਈਂ ਹਿੰਦੂ ਲੋਕ ਪੂਜਿਆ ਕਰਦੇ ਨੇ, ਸਾਧ ਸੰਗਤ, ਤੇ ਇੱਥੇ ਭਗਵਾਨ ਦਾ ਲਾਉਣਾ ਹੈ ਅਰਥ, ਕਿਉਂਕਿ ਭਗਤ ਜੀ ਪਰਮਾਤਮਾ ਨੂੰ ਦੁੱਧ ਛਕਾਉਣਾ ਚਾਹੁੰਦੇ ਨੇ ਔਰ ਉੱਥੇ ਸਾਹਮਣੇ ਲਿਆ ਕਰਕੇ ਰੱਖ ਦੇਣਾ ਕੀਤੀ। ਏਕ ਭਗਤ ਮੇਰੇ ਹਿਰਦੇ ਵਸੈ, ਤਾਂ ਉਸ ਸਮੇਂ ਭਗਤ ਜੀ ਬੇਨਤੀਆਂ ਕਰਨ ਲੱਗੇ ਕਿ ਹੇ ਭਗਵਾਨ, ਆਪ ਜੀ ਦੁੱਧ ਛਕੋ। ਕੋਈ ਸਮਾਂ ਲੰਘ ਗਿਆ ਪਰ ਦੇਖਿਆ ਵੀ ਕੋਈ ਦੁੱਧ ਛਕਣ ਵਾਸਤੇ ਆਇਆ ਹੀ ਨਹੀਂ। ਤਾਂ ਉਸ ਸਮੇਂ ਸਾਧ ਸੰਗਤ ਮਨ ਵਿੱਚ ਇਹ ਖਿਆਲ ਪੈਦਾ ਹੋਇਆ ਵੀ ਭਗਵਾਨ ਮੇਰੇ ਨਾਲ ਨਾਰਾਜ਼ ਹਨ ਜਾਂ ਮੇਰੇ ਵਿੱਚ ਹੀ ਕਮੀ ਹੈ। ਤਾਂ ਆਪਣੀ ਜਿਹੜੀ ਛੁਰੀ ਸੀ ਨਾ, ਪੇਟ ਵਿੱਚ ਮਾਰਨ ਲੱਗੇ, ਇਹ ਫੁਰਨਾ ਬਣਾ ਲਿਆ ਕਿ ਅੱਜ ਕੁਝ ਛਕਣਾ ਹੀ ਨਹੀਂ। ਤਾਂ ਉਸ ਸਮੇਂ ਭਗਵਾਨ ਜੀ ਨੇ ਇਹ ਬਚਨ ਕੀਤਾ, ਨਾਮਦੇਵ, ਮੈਂ ਪੱਥਰਾਂ ਵਿੱਚ ਨਹੀਂ ਆ। ਤਾਂ ਉਸ ਸਮੇਂ ਕਹਿਣ ਲੱਗੇ, ਫਿਰ ਜੇ ਤੁਸੀਂ ਪੱਥਰਾਂ ਵਿੱਚ ਨਹੀਂ ਹੋ ਨਾ, ਤਾਂ ਜੋ ਬੋਲ ਰਹੇ ਹੋ ਉਹ ਸਾਹਮਣੇ ਆ ਕੇ ਦੁੱਧ ਛਕੋ। ਤਾਂ ਭਗਤ ਨਾਮਦੇਵ ਜੀ ਨੂੰ ਸਾਖਿਆਤਕਾਰ ਵਾਹਿਗੁਰੂ ਜੀ ਨੇ ਦਰਸ਼ਨ ਬਖਸ਼ੇ। ਭਗਤ ਨਾਮਦੇਵ ਜੀ ਨਮਸਕਾਰ ਕੀਤੀ,
ਔਰ ਦੁੱਧ ਛਕਾਇਆ ਸਾਧ ਸੰਗਤ। ਔਰ ਉਸ ਸਮੇਂ ਪਰਮੇਸ਼ਰ ਵਾਹਿਗੁਰੂ ਨੇ ਇਹ ਬਚਨ ਕੀਤਾ, ਏਕ ਭਗਤ ਮੇਰੇ ਹਿਰਦੈ ਬਸੈ। ਨਾਮਦੇਵ ਇੱਕ ਭਗਤ ਹੀ ਹਨ ਜਿਹੜੇ ਮੇਰੇ ਹਿਰਦੇ ਵਿੱਚ ਵਸਦੇ ਨੇ, ਉਹਨਾਂ ਦਾ ਪ੍ਰੇਮ ਮੇਰੇ ਹਿਰਦੇ ਵਿੱਚ ਵਸਦਾ ਹੈ। ਨਾਮੇ ਦੇਖ ਨਰਾਇਣ ਹਸੈ। ਉਸ ਸਮੇਂ ਜਦੋਂ ਦੁੱਧ ਛਕ ਰਹੇ ਸੀ ਨਾ ਸਾਧ ਸੰਗਤ, ਤੇ ਨਾਮਦੇਵ ਜੀ ਸੋਚਣ ਲੱਗੇ ਵੀ ਇਹ ਤਾਂ ਸਾਰਾ ਹੀ ਦੁੱਧ ਛਕ ਜਾਣਗੇ, ਮੇਰਾ ਨਾਨਾ ਤਾਂ ਅੱਗੇ ਮੇਰੇ ਵਾਸਤੇ ਥੋੜ੍ਹਾ ਜਿਹਾ ਲੈ ਕੇ ਆਉਂਦਾ ਸੀ, ਤਾਂ ਉਸ ਸਮੇਂ ਖੋਹ ਕਰਕੇ ਛਕ ਲੈਣਾ ਕੀਤਾ। ਤਾਂ ਇਹ ਦੇਖ ਕੇ ਮੁਸਕਰਾਏ ਪਰਮੇਸ਼ਰ, ਔਰ ਨਾਮਦੇਵ ਨੂੰ ਦੇਖ ਕਰਕੇ ਇਸ ਤਰ੍ਹਾਂ ਹੱਸਣਾ ਕੀਤਾ, ਮੁਸਕਰਾਉਣਾ ਕੀਤਾ। ਦੂਧ ਪਿਆਏ ਭਗਤ ਕਰ ਗਿਆ। ਇੱਧਰੋਂ ਦੁੱਧ ਛਕਾ ਕਰਕੇ ਭਗਤ ਨਾਮਦੇਵ ਜੀ ਆਪਣੇ ਘਰ ਚਲੇ ਗਏ ਵਾਪਸ। ਨਾਮੇ ਹਰਿ ਕਾ ਦਰਸ਼ਨ ਭਇਆ। ਭਗਤ ਨਾਮਦੇਵ ਜੀ ਦੇ ਤਾਈ ਇਸ ਤਰ੍ਹਾਂ ਸਾਧ ਸੰਗਤ ਹਰੀ ਵਾਹਿਗੁਰੂ ਪਰਮਾਤਮਾ ਦਾ ਪਹਿਲੀ ਵਾਰ ਦਰਸ਼ਨ ਹੋਇਆ। ਵੈਸੇ ਤਾਂ ਵਿਦਵਾਨ ਕਹਿੰਦੇ ਨੇ ਕਿ ਭਗਤ ਜੀ ਨੂੰ 72 ਵਾਰ ਸਖਿਆਤ ਕਰ ਦਰਸ਼ਨ ਬਖਸ਼ੇ। ਦ੍ਰਿਸ਼ਟੀ ਭਾਵੇਂ ਸਭ ਥਾਵਾਂ ਤੇ ਪਰਮਾਤਮਾ ਨੂੰ ਦੇਖਦੀ ਸੀ, ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਪਰ ਸਾਧ ਸੰਗਤ ਜਿਵੇਂ ਇਸ ਤਰ੍ਹਾਂ ਦਰਸ਼ਨ ਬਖਸ਼ੇ, ਉਸ ਤਰ੍ਹਾਂ ਹੀ ਪਰਮੇਸ਼ਰ ਨੇ ਜਦੋਂ ਮੰਦਰ ਦਾ ਮੂੰਹ ਘੁਮਾਉਣਾ ਕੀਤਾ ਦਰਸ਼ਨ ਬਖਸ਼ੇ, ਗਊ ਚੌਧੀ ਕੀਤੀ ਉਦੋਂ ਦਰਸ਼ਨ ਬਖਸ਼ੇ। ਇਸ ਤਰ੍ਹਾਂ ਜਦੋਂ ਦੇਵ ਦਾ ਰੂਪ ਧਾਰਨ ਕਰਕੇ ਆਏ ਉਸ ਸਮੇਂ ਦਰਸ਼ਨ ਬਖਸ਼ੇ। ਇਸ ਤਰ੍ਹਾਂ ਸਾਧ ਸੰਗਤ ਇੱਕ ਸਮੇਂ ਕਹਿੰਦੇ ਭਗਤ ਨਾਮਦੇਵ ਜੀ ਜਦੋਂ ਇੱਕ ਸਮੇਂ ਜਾ ਰਹੇ ਸਨ, ਕੱਪੜੇ ਧੋ ਰਹੇ ਸਨ, ਤੇ ਉਸ ਸਮੇਂ ਭਗਵਾਨ ਜੀ ਨੇ ਰੂਪ ਧਾਰਨ ਕਰਕੇ ਇੱਕ ਮੁਗਲ ਦਾ ਤੇ ਨਾਮਦੇਵ ਜੀ ਨੂੰ ਵਕਾਰੀ ਦਾ ਕੰਮ ਦਿੱਤਾ। ਪਰ ਉਸ ਸਮੇਂ ਵੀ ਪਛਾਣ ਲੈਣਾ ਕੀਤਾ। ਹੱਲੇ ਜਾਰਾਂ ਖੁਸ਼ ਖਬਰੀ, ਇਹ ਸ਼ਬਦ ਉਚਾਰਨ ਕੀਤਾ ਭਗਤ ਜੀ ਨੇ। ਤਾਂ ਇਸ ਤਰ੍ਹਾਂ ਸਾਧ ਸੰਗਤ ਭਗਤ ਨਾਮਦੇਵ ਜੀ ਦੇ ਤਾਈ ਵਾਹਿਗੁਰੂ ਪਰਮਾਤਮਾ ਨੇ ਇਹ ਸਖਿਆਤ ਕਰ ਦਰਸ਼ਨ ਦਿੱਤੇ ਸਾਹਮਣੇ, ਭਗਤ ਜੀ ਨੂੰ ਨਿਹਾਲ ਕਰ ਦਿੱਤਾ। ਇਹ ਪਹਿਲੇ ਅਰਥਾਂ ਵਿੱਚ ਮਹਾਂਪੁਰਖ ਸ਼ਬਦ ਦੇ ਅਰਥ ਕਰਿਆ ਕਰਦੇ। ਇਸ ਤਰ੍ਹਾਂ ਹੀ ਇਸ ਸ਼ਬਦ ਦੇ ਅੰਤਰੀਵ ਅਰਥ ਵੀ ਹਨ, ਉਹ ਵੀ ਸਰਵਣ ਕਰੀਏ। ਭਗਤ ਨਾਮਦੇਵ ਜੀ ਬਚਨ ਕਰਦੇ ਨੇ, ਹੇ ਪ੍ਰਭੂ, ਮੈਂ ਸ਼ਰਧਾ ਰੂਪ ਕਟੋਰੇ ਦੇ ਵਿੱਚ ਨਿਸ਼ਕਾਮ ਕਰਮਾ ਰੂਪ ਪਾਣੀ ਲੈ ਕੇ ਆਉਂਦਾ ਹੈ। ਇੱਕ ਤਾਂ ਸਕਾਮ ਕਰਮ ਹੁੰਦੇ ਨੇ, ਇੱਕ ਨਿਸ਼ਕਾਮ ਕਰਮ ਹੁੰਦੇ ਨੇ। ਜਿਹੜੇ ਕਾਮਨਾ ਰੱਖ ਕੇ, ਇੱਛਾ ਰੱਖ ਕੇ ਕਰਮ ਕੀਤੇ ਜਾਣ, ਭਾਵੇਂ ਕੋਈ ਪਾਠ ਪੂਜਾ ਹੋਵੇ, ਸੇਵਾ ਸਿਮਰਨ ਹੋਵੇ, ਇੱਛਾ ਦੇ ਅਧੀਨ ਹੋਣ ਕਰਕੇ ਉਹਨਾਂ ਨੂੰ ਸਿਕਾਮ ਕਹਿੰਦੇ ਨੇ, ਸਿਕਾਮ ਕਰਮ। ਜਿਹੜੇ ਇੱਛਾ ਤੋਂ ਬਿਨਾਂ ਕੀਤੇ ਜਾਣ ਉਹਨਾਂ ਨੂੰ ਨਿਸ਼ਕਾਮ ਕਰਮ ਕਹਿੰਦੇ ਨੇ। ਨਿਸ਼ਕਾਮ ਕਰਮਾਂ ਕਰਕੇ ਪਰਮਾਤਮਾ ਪ੍ਰਾਪਤ ਹੋ ਜਾਂਦਾ ਹੈ। ਸੇਵਾ ਕਰਤ ਹੋਏ ਨਿਹਕਾਮੀ, ਤਿਸ ਕਾ ਹੋਤ ਪ੍ਰਾਪਤ ਸੁਆਮੀ। ਮਨ ਦੇ ਵਿੱਚ ਕੋਈ ਇੱਛਾ ਨਹੀਂ ਹੈ, ਪਰ ਪਰਮਾਤਮਾ ਦੇ ਦਰ 'ਤੇ ਆਉਂਦਾ, ਨਾਮ ਜਪਦਾ, ਸੇਵਾ ਕਰਦਾ, ਤਾਂ ਉਹ ਸਾਧ ਸੰਗਤ ਨਿਸ਼ਕਾਮ ਕਰਮ ਬਣ ਜਾਂਦਾ ਹੈ। ਭਗਤ ਜੀ ਕਹਿੰਦੇ, ਹੇ ਪ੍ਰਭੂ, ਅਸੀਂ ਆਪਣੇ ਅੰਦਰ ਸ਼ਰਧਾ ਰੂਪ ਕਟੋਰੇ ਦੇ ਵਿੱਚ ਨਿਸ਼ਕਾਮ ਕਰਮਾਂ ਰੂਪ ਦੁੱਧ ਪਾਉਣਾ ਕੀਤਾ ਹੈ। ਤੇ ਇਸੇ ਤਰ੍ਹਾਂ ਹੀ
ਜਿਹੜਾ ਪ੍ਰੇਮ ਰੂਪ ਪਾਣੀ ਹੈ ਸਾਡੇ ਕੋਲ, ਉਹ ਅਸੀਂ ਲੈ ਕੇ ਆਏ ਹਾਂ। ਕਪਲ ਗਾਏ ਨਾਮੇ ਦਲਿਆਨੀ। ਕਪਲ ਗਾਏ, ਇਹ ਬੁੱਧੀ ਰੂਪ ਜਿਹੜੀ ਕਪਲ ਗਾਏ ਹੈ, ਇਸ ਤੋਂ ਨਿਸ਼ਕਾਮ ਕਰਮਾਂ ਰੂਪ ਦੁੱਧ ਚੁਆਉਣਾ ਕੀਤਾ ਹੈ। ਕਿਉਂਕਿ ਜਿਹੜੀ ਬੁੱਧੀ ਹੈ ਉਹ ਨਿਰਣਾ ਕਰਦੀ ਹੈ ਇਸ ਪਦਾਰਥ ਤੋਂ ਇਹ ਸੁੱਖ ਮਿਲੇਗਾ, ਇਸ ਪਦਾਰਥ ਤੋਂ ਇਹ ਸੁੱਖ ਮਿਲੇਗਾ। ਜਦੋਂ ਆਤਮ ਵਸ਼ੈਣੀ ਬੁੱਧੀ ਬਣ ਜਾਂਦੀ ਹੈ ਤਾਂ ਉਸ ਸਮੇਂ ਦੁਨੀਆ ਦੇ ਸੁੱਖ ਤੋਂ ਉਪਰਾਮ ਹੋ ਕੇ ਨਾਮ ਦੇ ਸੁੱਖ ਵਿੱਚ ਜੁੜ ਜਾਂਦੀ ਹੈ। ਇਸ ਤਰ੍ਹਾਂ ਜਿਹੜੀ ਇਹ ਬੁੱਧੀ ਹੈ ਨਾ, ਇਹ ਸ਼ਕਾਮ ਕਰਮਾਂ ਤੋਂ ਉੱਠ ਕੇ ਨਿਸ਼ਕਾਮ ਹੋ ਗਈ। ਜਿਹੜੀ ਕਪਲ ਗਾਏ ਇਹ ਬੁੱਧੀ ਹੈ, ਬੁੱਧੀ ਰੂਪ ਗਾਂ, ਇਸ ਦੇ ਤਾਈਂ ਅਸੀਂ ਨਿਸ਼ਕਾਮ ਕਰਮ ਰੂਪ ਦੁੱਧ ਚੋਣਾ ਕੀਤਾ। ਦੂਧ ਪੀਓ ਗੋਬਿੰਦੇ ਰਾਏ। ਹੇ ਗੋਬਿੰਦੇ ਰਾਏ, ਗੋਬਿੰਦੇ ਧਰਤੀ ਦੀ ਪਾਲਣਾ ਕਰਨ ਵਾਲੇ, ਰੱਖਿਆ ਕਰਨ ਵਾਲੇ, ਰਾਏ ਪ੍ਰਕਾਸ਼ ਸਰੂਪ, ਸਾਰਿਆਂ ਦੇ ਰਾਜਾ ਰੂਪ ਪਰਮਾਤਮਾ, ਜਿਹੜਾ ਇਹ ਮੇਰਾ ਨਿਸ਼ਕਾਮ ਕਰਮਾਂ ਰੂਪ ਦੁੱਧ ਹੈ, ਇਸ ਨੂੰ ਸਕਾਰਥ ਕਰੋ, ਸਫਲ ਕਰੋ। ਕਿਉਂਕਿ ਸਾਧ ਸੰਗਤ ਅਸੀਂ ਭਾਵੇਂ ਸ਼ਕਾਮ ਕਰਮ ਕਰੀਏ, ਭਾਵੇਂ ਨਿਸ਼ਕਾਮ ਕਰਮ ਕਰੀਏ, ਪਰ ਅਸੀਂ ਆਪਣੇ ਜ਼ੋਰ ਦੇ ਨਾਲ ਪਰਮਾਤਮਾ ਨੂੰ ਪ੍ਰਾਪਤ ਨਹੀਂ ਕਰ ਸਕਦੇ। ਜਦੋਂ ਪਰਮਾਤਮਾ ਆਪ ਪ੍ਰਸੰਨ ਹੁੰਦਾ ਹੈ ਤਾਂ ਉਸ ਸਮੇਂ ਆਪਣੀ ਮਿਹਰ ਕਰਦਾ, ਨਜ਼ਰ ਕਰਦਾ, ਫਿਰ ਪ੍ਰਾਪਤ ਹੋ ਜਾਂਦਾ। ਪਰ ਜਦੋਂ ਮਨ ਪਦਾਰਥਾਂ ਵਿੱਚ ਲੱਗਿਆ ਹੋਵੇ ਤੇ ਅਸੀਂ ਸੇਵਾ ਸਿਮਰਨ ਕਰਦੇ ਰਹੀਏ ਤਾਂ ਸਾਧ ਸੰਗਤ ਪਰਮਾਤਮਾ ਪ੍ਰਸੰਨ ਨਹੀਂ ਹੁੰਦਾ। ਜਿਵੇਂ ਕਹਿੰਦੇ ਇੱਕ ਜੈ ਸਿੰਘ ਰਾਜਾ ਹੋਇਆ, ਉਹ ਜਦੋਂ ਬਾਹਰ ਗਿਆ ਦੂਰ ਆਪਣੇ ਕਿਸੇ ਕੰਮ ਵਾਸਤੇ, ਤੇ ਕਾਫੀ ਸਮਾਂ ਉੱਥੇ ਉਸ ਨੂੰ ਲੱਗ ਗਿਆ। ਪਿੱਛੇ ਉਸ ਨੂੰ ਰਾਣੀਆਂ ਨੇ ਚਿੱਠੀ ਭੇਜੀ ਕਿ ਮੇਰੇ ਵਾਸਤੇ ਆਹ ਚੀਜ਼ ਲੈ ਕੇ ਆਇਓ, ਮੇਰੇ ਵਾਸਤੇ ਆਹ ਚੀਜ਼ ਲੈ ਕੇ ਆਇਓ। ਸਾਰੀਆਂ ਰਾਣੀਆਂ ਨੇ ਆਪੋ ਆਪਣੀ ਇੱਛਾ ਪ੍ਰਗਟ ਕੀਤੀ। ਕਿਸੇ ਨੇ ਕਿਹਾ ਮੈਨੂੰ ਕੱਪੜੇ ਚਾਹੀਦੇ ਨੇ, ਕਿਸੇ ਨੇ ਕਿਹਾ ਮੈਨੂੰ ਸ਼ਿੰਗਾਰ ਵਾਸਤੇ ਸਮਾਨ ਚਾਹੀਦਾ, ਕਿਸੇ ਨੇ ਮਾਇਆ ਮੰਗੀ। ਪਰ ਇੱਕ ਸਭ ਤੋਂ ਛੋਟੀ ਰਾਣੀ ਸੀ, ਉਸ ਨੇ ਇੱਕ ਕਾਗਜ਼ ਤੇ ਲਾਲ ਰੰਗ ਦਾ ਟਿੱਕਾ ਲਾ ਕੇ ਤੇ ਸਾਧ ਸੰਗਤ ਉਹ ਚਿੱਠੀ ਭੇਜੀ। ਉਸ ਸਮੇਂ ਰਾਜੇ ਨੇ ਜਦੋਂ ਸਾਰੀਆਂ ਰਾਣੀਆਂ ਦੀਆਂ ਚਿੱਠੀਆਂ ਪੜ੍ਹੀਆਂ ਤੇ ਸਮਾਨ ਲੈ ਲੈਣਾ ਕੀਤਾ ਉਹਨਾਂ ਨੂੰ ਖੁਸ਼ ਕਰਨ ਵਾਸਤੇ, ਪਰ ਜਦੋਂ ਛੋਟੀ ਰਾਣੀ ਦੀ ਚਿੱਠੀ ਦੇਖੀ, ਮਨ ਵਿੱਚ ਵਿਚਾਰਦਾ ਹੈ ਕਿ ਇਹ ਕੀ ਚੀਜ਼ ਹੈ। ਲਾਲ ਰੰਗ ਦੀਆਂ ਕਈ ਚੀਜ਼ਾਂ ਹੁੰਦੀਆਂ ਨੇ, ਪਰ ਇਹ ਰਾਣੀ ਨੇ ਕੀ ਮੰਗਿਆ, ਮੈਨੂੰ ਸਮਝ ਨਹੀਂ ਆਉਂਦਾ। ਤਾਂ ਉਸ ਸਮੇਂ ਸਾਧ ਸੰਗਤ ਇਸ ਨੇ ਆਪਣੇ ਵਜ਼ੀਰ ਨੂੰ ਪੁੱਛਿਆ ਵੀ ਤੂੰ ਦੱਸ ਇਹ ਕੀ ਚੀਜ਼ ਹੈ। ਰਾਣੀ ਨੇ ਇੱਕ ਲਾਲ ਰੰਗ ਦਾ ਟਿੱਕਾ ਲਾ ਕੇ ਭੇਜਿਆ। ਉਹ ਵਜ਼ੀਰ ਕਹਿੰਦਾ ਮਹਾਰਾਜ, ਇਹ ਰਾਣੀ ਚਾਹੁੰਦੀ ਹੈ ਕਿ ਤੁਸੀਂ ਮੇਰਾ ਸੁਹਾਗ ਹੀ ਵਾਪਸ ਆ ਜਾਓ, ਮੈਨੂੰ ਤੁਹਾਡੀ ਹੀ ਪ੍ਰਾਪਤੀ ਚਾਹੀਦੀ ਹੈ, ਤੁਸੀਂ ਹੀ ਚਾਹੀਦੇ ਹੋ। ਤਾਂ ਉਸ ਸਮੇਂ ਸਾਧ ਸੰਗਤ ਫਿਰ ਜਦੋਂ ਇਹ ਰਾਜਾ ਵਾਪਸ ਆਇਆ, ਇਸ ਨੇ ਸਾਰੀ ਰਾਣੀਆਂ ਦੀਆਂ ਚੀਜ਼ਾਂ ਜੋ ਸਨ, ਵਸਤੂਆਂ ਸਨ, ਉਹਨਾਂ ਨੂੰ ਭੇਜ ਦਿੱਤੀਆਂ ਤੇ ਆਪ ਸਿੱਧਾ ਉਸ ਛੋਟੀ ਰਾਣੀ ਦੇ ਕੋਲ ਆਇਆ, ਉਹਦੇ ਮਹਿਲਾਂ ਵਿੱਚ ਆਇਆ। ਪਰਮਾਤਮਾ ਵੀ ਰਾਜਾ ਹੈ, ਅਸੀਂ ਉਹਦੀ ਸੇਵਾ ਕਰਦੇ ਹਾਂ, ਉਹਦੇ ਦਰ 'ਤੇ ਆਉਂਦੇ ਹਾਂ, ਉਹਦੇ ਕੋਲੋਂ ਮੰਗਾਂ ਕਰਦੇ ਹਾਂ। ਜੇ ਤਾਂ ਅਸੀਂ ਮੰਗਾਂ ਦੇ ਵਿੱਚ, ਇੱਛਾ ਦੇ ਵਿੱਚ ਰਹੀਏ ਤਾਂ ਵਾਹਿਗੁਰੂ ਪਰਮਾਤਮਾ ਸਾਡੀਆਂ ਉਹ ਇੱਛਾ ਹੀ ਪੂਰੀਆਂ ਕਰਦਾ।
ਵੀ ਇਹ ਤਾਂ ਫਲਾਨੀ ਇੱਛਾ ਹੀ ਪੂਰੀ ਕਰਨਾ ਚਾਹੁੰਦਾ, ਇਹ ਤਾਂ ਫਲਾਨੀ ਚੀਜ਼ ਦੇ ਨਾਲ ਹੀ ਪਿਆਰ ਕਰਦਾ, ਜਿਵੇਂ ਦੂਜੀਆਂ ਰਾਣੀਆਂ ਨੇ ਕੀਤਾ। ਪਰ ਜਿਹੜੇ ਗੁਰਮੁਖ ਪਰਮਾਤਮਾ ਨੂੰ ਆਰਾਧਦੇ ਨੇ, ਬੰਦਗੀ ਕਰਦੇ ਨੇ ਕਿ ਹੇ ਪ੍ਰਭੂ ਸਾਨੂੰ ਤਾਂ ਤੂੰ ਹੀ ਚਾਹੀਦਾ, ਹੋਰ ਕੁਝ ਨਹੀਂ। ਆਵੋ ਸੱਜਣਾ ਹਉ ਦੇਖਾ ਦਰਸ਼ਨ ਤੇਰਾ ਰਾਮ, ਅਸੀਂ ਤਾਂ ਤੇਰਾ ਦਰਸ਼ਨ ਹੀ ਦੇਖਣਾ ਚਾਹੁੰਦੇ ਹਾਂ। ਬਹੁਤ ਜਨਮ ਵਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵਾ, ਚਿਰ ਭਇਓ ਦਰਸ਼ਨ ਦੇਖੇ। ਸਾਨੂੰ ਆਪ ਜੀ ਦੇ ਦਰਸ਼ਨ ਹੀ ਪ੍ਰਾਪਤ ਹੋਣ। ਤਾਂ ਉਸ ਸਮੇਂ ਸਾਧ ਸੰਗਤ ਪਰਮਾਤਮਾ ਫਿਰ ਉਹਨਾਂ ਭਗਤਾਂ ਨੂੰ ਆਪ ਆ ਕੇ ਦਰਸ਼ਨ ਬਖਸ਼ਦਾ ਹੈ। ਇਸ ਤਰ੍ਹਾਂ ਹੀ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਨਿਸ਼ਕਾਮ ਕਰਮ ਕੀਤੇ ਭਾਈ, ਉਹਨਾਂ ਤੇ ਪ੍ਰਸੰਨ ਹੋ ਜਾਂਦਾ ਆਪ। ਜ਼ੋਰ ਤਾਂ ਕੋਈ ਨਹੀਂ ਉਹਨਾਂ ਦਾ, ਬਸ ਉਹਨਾਂ ਦੇ ਨਿਸ਼ਕਾਮ ਕਰਮ ਦੇਖ ਕੇ ਕਿ ਇਹ ਮੈਨੂੰ ਪ੍ਰਾਪਤ ਕਰਨਾ ਚਾਹੁੰਦੇ ਨੇ, ਮੈਨੂੰ ਮਿਲਣ ਵਾਸਤੇ ਬੰਦਗੀ ਕਰਦੇ ਨੇ, ਸਿਮਰਨ ਕਰਦੇ ਨੇ, ਸੇਵਾ ਕਰਦੇ ਨੇ, ਵਿਰਾਗ ਵਿੱਚ ਰਹਿੰਦੇ ਨੇ, ਤਾਂ ਉਸ ਸਮੇਂ ਪਰਮਾਤਮਾ ਆਪ ਉਹਨਾਂ ਤੇ ਦਇਆ ਕਰਦਾ, ਮਿਲ ਜਾਂਦਾ ਹੈ। ਦੂਧ ਪੀਓ ਗੋਬਿੰਦੇ ਰਾਏ, ਹੇ ਗੋਬਿੰਦੇ ਪਰਮੇਸ਼ਰ ਰਾਏ, ਰਾਜਾ ਰੂਪ, ਇਹ ਜੋ ਮੈਂ ਨਿਸ਼ਕਾਮ ਕਰਮਾਂ ਰੂਪ ਦੁੱਧ ਲੈ ਕੇ ਆਂਦਾ, ਇਸ ਨੂੰ ਸਕਾਰਥ ਕਰੋ, ਤੁਸੀਂ ਪ੍ਰਵਾਨ ਕਰੋ, ਪੀਣਾ ਕਰੋ। दूध पियो मेरो मन पति आए। ਜੇ ਤੁਸੀਂ ਇਹ ਨਿਸ਼ਕਾਮ ਕਰਮਾਂ ਰੂਪ ਜੋ ਮੈਂ ਦੁੱਧ ਲੈ ਕੇ ਆਇਆ, ਇਸ ਨੂੰ ਸਕਾਰਥ ਕਰ ਦਿਓਗੇ, ਪ੍ਰਵਾਨ ਕਰ ਲਓਗੇ, ਤਾਂ ਮੇਰਾ ਜੋ ਮਨ ਹੈ ਨਾ ਉਹ ਪਤੀਤ ਜਾਵੇਗਾ, ਭਰੋਸੇ 'ਚ ਆ ਜਾਵੇਗਾ। ਨਾਹੀ ਕਾ ਘਰ ਕੋ ਬਾਪ ਰਸਾਏ। ਨਹੀਂ ਤਾਂ ਜੋ ਮੇਰੇ ਘਰ ਦਾ ਬਾਪ ਈਸ਼ਰ ਹੈ, ਮੇਰਾ ਪ੍ਰਭੂ ਪਰਮਾਤਮਾ ਹੈ, ਉਹ ਰਿਸਾਏ ਗੁੱਸੇ ਹੋਵੇਗਾ ਕਿ ਤੂੰ ਆਪਣੇ ਅੰਦਰ ਵਾਹਿਗੁਰੂ ਪਰਮਾਤਮਾ ਨੂੰ ਸਖਿਆਤ ਨਹੀਂ ਕਰ ਸਕਿਆ, ਬ੍ਰਹਮ ਨੂੰ ਮਿਲ ਨਹੀਂ ਸਕਿਆ। ਕਿਉਂਕਿ ਸਾਧ ਸੰਗਤ ਜਿਹੜੇ ਨਿਸ਼ਕਾਮ ਕਰਮ ਕਰਨੇ ਨੇ ਉਹ ਪ੍ਰਭੂ ਦੀ ਪ੍ਰਾਪਤੀ ਵਾਸਤੇ ਹੀ ਹੋਏ ਨਾ। ਤੇ ਇਹ ਜਿਹੜਾ ਮਨੁੱਖਾ ਜਨਮ ਹੈ, ਇਹਦਾ ਮਨੋਰਥ ਵੀ ਇਹੀ ਹੈ ਕਿ ਪਰਮਾਤਮਾ ਦੀ ਪ੍ਰਾਪਤੀ ਹੋ ਜਾਵੇ, ਪਰਮਾਤਮਾ ਨੂੰ ਜੀ ਮਿਲ ਜਾਵੇ। ਜੇ ਨਹੀਂ ਮਿਲੇ ਤਾਂ ਫਿਰ ਅੰਦਰ ਜੋ ਪਰਮਾਤਮਾ ਹੈ ਉਹਨੇ ਸਖਿਆਤਤਾ ਨਾ ਹੋਈ, ਤਾਂ ਭਗਤ ਜੀ ਕਹਿੰਦੇ ਹੇ ਪ੍ਰਭੂ ਉਹ ਗੁੱਸੇ ਹੋਵੇਗਾ, ਮੇਰਾ ਇਹ ਜਨਮ ਸਾਰਾ ਹੀ ਵਿਅਰਥ ਹੋ ਜਾਵੇਗਾ। ਸੋਇਨ ਕਟੋਰੀ ਅੰਮ੍ਰਿਤ ਭਰੀ। ਇਸ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ ਹੇ ਪ੍ਰਭੂ ਸੋਇਨ, ਸੋਇਨ ਨਾਮ ਹੈ ਸੋਨੇ ਦਾ, ਜਿਵੇਂ ਸੋਨਾ ਸ਼ੁੱਧ ਹੁੰਦਾ ਹੈ, ਇਸ ਤਰ੍ਹਾਂ ਜਿਹੜਾ ਅੰਤਸ਼ਕਰਨ ਹੈ, ਅਸੀਂ ਆਪਣੇ ਅੰਤਸ਼ਕਰਨ ਰੂਪ ਕਟੋਰੀ ਦੇ ਤਾਈ, ਗੜਬੀ ਦੇ ਤਾਈ ਨਿਸ਼ਕਾਮ ਕਰਮਾਂ ਰੂਪ ਦੁੱਧ ਦੇ ਨਾਲ ਭਰਨਾ ਕੀਤਾ ਹੈ। ਲੈ ਨਾਮੈ ਹਰ ਆਗੇ ਧਰੀ। ਇਸ ਤਰ੍ਹਾਂ ਭਗਤ ਨਾਮਦੇਵ ਜੀ ਕਹਿੰਦੇ ਹੈ ਪ੍ਰਭੂ ਇਹ ਜਿਹੜੀ ਮੈਂ ਨਿਸ਼ਕਾਮ ਕਰਮਾਂ ਰੂਪ ਦੁੱਧ ਦੇ ਨਾਲ ਆਪਣਾ ਹਿਰਦਾ ਜੋ ਭਰਨਾ ਕੀਤਾ ਹੈ ਨਾ, ਇਹ ਤੁਹਾਡੇ ਅੱਗੇ ਰੱਖ ਦਿੱਤਾ, ਭਾਵ ਤੁਹਾਡੇ ਵਾਸਤੇ ਸਾਰੇ ਕਰਮ ਕੀਤੇ, ਤੁਹਾਡੀ ਪ੍ਰਾਪਤੀ ਵਾਸਤੇ। ਤਨ ਧਨ ਮਨ ਸਭ ਕੁਝ ਤੁਹਾਨੂੰ ਹੀ ਸੌਂਪ ਦਿੱਤਾ ਹੈ, ਤੁਹਾਡੀ ਹੀ ਆਗਿਆ ਵਿੱਚ ਲਾ ਦਿੱਤਾ ਹੈ। ਇੱਕ ਭਗਤ ਮੇਰੇ ਹਿਰਦੇ ਵਸੈ। ਇੱਕ ਭਗਤ ਹੀ ਮੇਰੇ ਹਿਰਦੇ ਵਿੱਚ ਵਸਦੇ ਹਨ। ਪਰਮੇਸ਼ਰ ਵਾਹਿਗੁਰੂ ਕਹਿਣ ਲੱਗੇ ਨਾਮਦੇਵ, ਜੋ ਇੱਕ ਭਗਤੀ ਹੈ ਨਾ, ਪ੍ਰੇਮਾ ਭਗਤੀ, ਇਹੀ ਭਾਈ ਸਾਡੇ ਹਿਰਦੇ ਵਿੱਚ ਵਸੀ ਹੋਈ ਹੈ, ਤੇ ਭਗਤਾਂ ਨੇ ਸਾਡੇ ਮਨ ਵਿੱਚ ਹਿਰਦੇ 'ਚ ਵਾਸਾ ਕੀਤਾ ਹੈ, ਭਗਤ ਤੇ ਪਰਮਾਤਮਾ।
ਤਾਨੇ ਪੇਟੇ ਦੀ ਤਰ੍ਹਾਂ ਪਰੋਏ ਹੋਏ ਹਨ। ਨਾਮੇ ਦੇਖ ਨਰਾਇਣ ਹਸੈ। ਇਸ ਤਰ੍ਹਾਂ ਭਗਤ ਨਾਮਦੇਵ ਜੀ ਦੇ ਤਾਈਂ ਦੇਖ ਕੇ ਨਾਰਾਇਣ ਪਰਮੇਸ਼ਰ ਵਾਹਿਗੁਰੂ ਜੀ ਨੇ ਮਸ਼ਕਰਾਉਣਾ ਕੀਤਾ। ਦੂਤ ਪਿਆਏ ਭਗਤ ਕਰ ਗਿਆ। ਆਪਣੇ ਨਿਸ਼ਕਾਮ ਕਰਮਾਂ ਰੂਪ ਦੁੱਧ ਨੂੰ ਪਿਆ ਕਰਕੇ ਭਗਤ ਨਾਮਦੇਵ ਜੀ ਆਪਣੇ ਸਰੂਪ ਵਿੱਚ ਜਾ ਕੇ ਵਸ ਗਏ। ਆਪਣੇ ਸੱਚਖੰਡ ਰੂਪ ਘਰ ਵਿੱਚ ਜਾ ਕਰਕੇ ਵਸ ਗਏ ਹਨ। ਨਾਮੇ ਹਰਿ ਕਾ ਦਰਸ਼ਨ ਭਇਆ। ਇਸ ਤਰ੍ਹਾਂ ਸਾਧ ਸੰਗਤ ਭਗਤ ਨਾਮਦੇਵ ਜੀ ਦੇ ਤਾਈਂ ਹਰੀ ਵਾਹਿਗੁਰੂ ਪਰਮੇਸ਼ਰ ਦਾ ਦਰਸ਼ਨ ਹੋਇਆ, ਵਾਹਿਗੁਰੂ ਦੇ ਨਾਲ ਮਿਲਾਪ ਹੋਇਆ ਹੈ। ਇਹ ਭਗਤ ਜੀ ਨੇ ਸਾਧ ਸੰਗਤ ਦੋ ਅਰਥਾਂ ਵਿੱਚ ਸਾਨੂੰ ਉਪਦੇਸ਼ ਬਖਸ਼ਿਆ ਹੈ ਕਿ ਇੱਕ ਤਾਂ ਭਾਈ ਆਪਣਾ ਭੋਲਾ ਸੁਭਾਅ ਬਣਾਈਏ, ਸਰਲ ਸੁਭਾਅ ਬਣਾਈਏ, ਚਤੁਰਾਈਆਂ ਛੱਡ ਦਈਏ, ਕਿਉਂਕਿ ਸਤਿਗੁਰੂ ਬਚਨ ਕਰਦੇ ਨੇ ਪਰਮਾਤਮਾ ਵਾਹਿਗੁਰੂ ਨੂੰ ਸਿਆਣਪਾਂ ਦੇ ਨਾਲ, ਚਤੁਰਾਈਆਂ ਨਾਲ ਪ੍ਰਾਪਤ ਨਹੀਂ ਕੀਤਾ ਜਾਂਦਾ। ਚਤੁਰਾਈ ਨਹੀਂ ਚੀਨਿਆ ਜਾਏ, ਸਹਿ ਸਿਆਣਪਾ ਲੱਖ ਹੋਵੇ ਤਾਂ ਇੱਕ ਨਾ ਚੱਲੇ ਨਾਲ। ਸਿਆਣਪਾਂ ਛੱਡਦੇ ਬੰਦਿਆ ਆਪਣੇ ਅੰਦਰੋਂ ਸਰਲ ਸੁਭਾਅ ਬਣਾ ਕੇ ਜੋ ਉਹ ਕਰਦਾ ਬਸ ਉਹਦੇ ਹੁਕਮ ਵਿੱਚ ਹੈ, ਔਰ ਮੈਂ ਆਪਣਾ ਜੀਵਨ ਸਫਲ ਕਰਨਾ ਉਹਦੇ ਗੁਣ ਗਾ ਕੇ। ਤਾਂ ਇਸ ਤਰ੍ਹਾਂ ਨਿਸ਼ਕਾਮ ਹੋ ਜਾਈਏ। ਨਿਸ਼ਕਾਮ ਹੋ ਕੇ ਜੇ ਸਾਡੀ ਥੋੜ੍ਹੀ ਵੀ ਬੰਦਗੀ ਹੋਵੇ ਨਾ, ਥੋੜ੍ਹੀ ਵੀ, ਉਹ ਵੀ ਪ੍ਰਵਾਨ ਹੋ ਜਾਂਦੀ ਹੈ, ਵਾਹਿਗੁਰੂ ਦੇ ਦਰਸ਼ਨ ਹੋ ਜਾਂਦੇ ਹਨ। ਮੈਂ ਬੌੜੀ ਮੇਰਾ ਨਾਮ ਭਵਤਾਰ। ਇਸ ਤਰ੍ਹਾਂ ਸਾਧ ਸੰਗਤ ਭਗਤ ਨਾਮਦੇਵ ਜੀ ਨਾਮ ਜਪਿਆ ਕਰਦੇ, ਬੰਦਗੀ ਕਰਿਆ ਕਰਦੇ। ਰਾਮਾਨੰਦ ਜੀ ਨੇ ਭਗਤ ਨਾਮਦੇਵ ਜੀ ਦੇ ਤਾਈਂ ਇਕਾਦਸ਼ੀ ਦੀ ਪੂਜਾ ਦਾ ਵਰਤ ਰੱਖਣ ਵਾਸਤੇ ਕਿਹਾ। ਭਾਵੇਂ ਭਗਤ ਨਾਮਦੇਵ ਜੀ ਨੇ ਇਹ ਬਚਨ ਕੀਤੇ ਨੇ, ਇਕਾਦਸ਼ੀ ਬਰਤ ਰਹਿ ਕਾਹੇ ਕੋ ਤੀਰਥ ਜਾਈ। ਇਹ ਕਾਹਦੇ ਵਾਸਤੇ ਕਰਨਾ ਹੈ? ਤਾਂ ਉਸ ਸਮੇਂ ਸਾਧ ਸੰਗਤ ਕਹਿੰਦੇ ਭਗਤ ਨਾਮਦੇਵ ਜੀ ਇਕਾਦਸ਼ੀ ਦਾ ਵਰਤ ਰੱਖਿਆ ਕਰਦੇ ਸਨ, ਨਾਮ ਜਪਿਆ ਕਰਦੇ, ਪ੍ਰਭੂ ਭਗਤੀ ਕਰਿਆ ਕਰਦੇ। ਇੱਕ ਦਿਨ ਪਰਮੇਸ਼ਰ ਵਾਹਿਗੁਰੂ ਨੇ ਇੱਕ ਬ੍ਰਾਹਮਣ ਦਾ ਰੂਪ ਧਾਰਨ ਕੀਤਾ ਤੇ ਉਸ ਸਮੇਂ ਭਗਤ ਨਾਮਦੇਵ ਜੀ ਨੂੰ ਆ ਕੇ ਕਹਿਣ ਲੱਗੇ ਭਿਕਸ਼ਾ ਦਿਓ। ਭਗਤ ਜੀ ਕਹਿੰਦੇ ਮੈਂ ਤਾਂ ਇਕਾਦਸ਼ੀ ਦਾ ਵਰਤ ਰੱਖਿਆ ਹੋਇਆ ਹੈ, ਇਸ ਕਰਕੇ ਮੈਂ ਕੁਝ ਬਣਾਇਆ ਵੀ ਨਹੀਂ, ਨਾ ਹੀ ਕੁਝ ਦੇ ਸਕਦਾ। ਤਾਂ ਉਹ ਬ੍ਰਾਹਮਣ ਕਹਿਣ ਲੱਗਿਆ ਵੀ ਮੈਂ ਤੈਨੂੰ ਸ਼ਰਾਪ ਦੇ ਦੇਵਾਂਗਾ। ਤੇ ਭਗਤ ਜੀ ਨੂੰ ਕਈ ਤਰ੍ਹਾਂ ਦੀ ਗੱਲਾਂ ਕੀਤੀਆਂ ਤੇ ਸਰੀਰ ਛੱਡ ਦਿੱਤਾ। ਜਦੋਂ ਸਰੀਰ ਛੱਡ ਦਿੱਤਾ ਸਾਧ ਸੰਗਤ, ਤਾਂ ਉਸ ਸਮੇਂ ਭਗਤ ਨਾਮਦੇਵ ਜੀ ਦੀ ਲੋਕਾਂ ਨੇ ਨਿੰਦਿਆ ਕੀਤੀ ਆ ਕੇ ਵੀ ਨਾਮਦੇਵ ਤੇਰੇ ਘਰ ਦੇ ਸਾਹਮਣੇ ਤਾਂ ਬ੍ਰਾਹਮਣ ਨੇ ਸਰੀਰ ਤਿਆਗ ਦਿੱਤਾ ਹੈ, ਤੂੰ ਤਾਂ ਬਹੁਤ ਜ਼ਿਆਦਾ ਮਾੜਾ ਹੈ। ਤੇ ਭਗਤ ਨਾਮਦੇਵ ਜੀ ਨੇ ਇਹ ਸ਼ਬਦ ਉਚਾਰਨ ਕੀਤਾ। ਸ਼ਬਦ ਉਚਾਰਨ ਕਰਦਿਆਂ ਉਹ ਬ੍ਰਾਹਮਣ ਵੀ ਜਿੰਦਾ ਹੋ ਗਿਆ ਸਾਧ ਸੰਗਤ। ਤੇ ਹੈ ਤਾਂ ਪਰਮਾਤਮਾ ਹੀ ਸੀ। ਉਸ ਸਮੇਂ ਭਗਤ ਨਾਮਦੇਵ ਜੀ ਨੂੰ ਗਲਵੱਕੜੀ 'ਚ ਲੈ ਲਿਆ, ਕਿਹਾ ਅਸੀਂ ਤੇਰੀ ਪ੍ਰੀਖਿਆ ਕਰਦੇ ਸੀ ਪਰ ਤੂੰ ਪੂਰਾ ਹੈ। ਤਾਂ ਉਸ ਸਮੇਂ ਸਾਧ ਸੰਗਤ ਭਗਤ ਜੀ ਨੇ ਇਹ ਸ਼ਬਦ ਉਚਾਰਨ ਕੀਤਾ, ਮੈਂ ਬੌਰੀ ਭਾਈ, ਮੈਂ ਕਮਲਾ ਹਾਂ, ਮੇਰਾ ਰਾਮ ਪਤਾਰ। ਰਾਮ ਜੋ ਪਰਮੇਸ਼ਰ ਹੈ ਉਹੀ ਮੇਰਾ ਪਤੀ ਹੈ। ਪਤਾਰ ਨਾਮ ਹੈ ਪਤੀ ਦਾ। ਮੇਰੀ ਜਿਹੜੀ ਬੁੱਧੀ ਹੈ, ਮੇਰੀ ਬਿਰਤੀ ਹੈ, ਉਹ ਸੰਸਾਰ ਵੱਲੋਂ ਬੌਰੀ ਕਮਲੀ ਹੋ ਗਈ ਹੈ। ਜਿਵੇਂ ਕਮਲਾ ਮਨੁੱਖ ਹੁੰਦਾ ਹੈ ਨਾ ਸਾਧ ਸੰਗਤ, ਉਹਦਾ ਸੰਸਾਰ ਦੇ ਵਿੱਚ ਮਿਲਾਪ ਨਹੀਂ ਹੁੰਦਾ, ਨਾ ਹੀ ਉਹਨੂੰ ਠੀਕ ਢੰਗ ਨਾਲ ਬੈਠਣਾ ਹੁੰਦਾ, ਨਾ ਹੀ ਬੋਲਣਾ ਹੁੰਦਾ, ਤੇ ਨਾ ਹੀ ਉਹ ਕੋਈ ਕਾਰ ਵਿਹਾਰ ਕਰ ਸਕਦਾ।
ਇਸ ਤਰ੍ਹਾਂ ਭਗਤ ਜੀ ਕਹਿੰਦੇ ਜਿਹੜੀ ਮੇਰੀ ਬਿਰਤੀ ਹੈ ਹੁਣ ਸੰਸਾਰਾਕਾਰ ਨਹੀਂ ਰਹੀ, ਸੰਸਾਰ ਵੱਲੋਂ ਇਹ ਕਮਲੀ ਹੋ ਗਈ, ਔਰ ਮੇਰਾ ਜੋ ਰਾਖਾ ਹੈ ਪਤਾਰ ਪਤੀ ਹੈ ਪਰਮੇਸ਼ਰ ਵਾਹਿਗੁਰੂ, ਉਹ ਮੇਰਾ ਰਾਖਾ ਬਣ ਗਿਆ ਰਾਮ। ਰਚ ਰਚ ਤਾਕੋ ਕਰੋ ਸਿੰਗਾਰ। ਮੈਂ ਤਾਂ ਉਸ ਪਰਮਾਤਮਾ ਨੂੰ ਰਚ ਕੇ, ਉਹਦਾ ਜਸ ਸਰਵਣ ਕਰਕੇ, ਉਹਦੇ ਜਸ ਨੂੰ ਸਰਵਣ ਕਰਕੇ ਆਪਣੇ ਮਨ ਦੇ ਅੰਦਰ ਰਚਨਾ ਕੀਤਾ ਹੈ, ਬਣਾਉਣਾ ਕੀਤਾ ਹੈ, ਮੰਨਣ ਕੀਤਾ ਹੈ ਉਸ ਦੇ ਜਸ ਨੂੰ, ਔਰ ਇਹ ਸ਼ਿੰਗਾਰ ਬਣਾਉਣਾ ਕੀਤਾ ਹੈ। ਮੈਂ ਆਪਣੇ ਜੀਵਨ ਦੇ ਅੰਦਰ ਵਿਰਾਗ ਧਾਰਨ ਕੀਤਾ ਹੈ, ਸਭ ਕੁਝ ਮਿਥਿਆ ਹੈ, ਇਹ ਵਿਰਾਗ ਧਾਰਨ ਕੀਤਾ, ਔਰ ਗਿਆਨ ਧਾਰਨ ਕੀਤਾ ਕਿ ਇਸ ਮਿਥਿਆ ਸੰਸਾਰ ਦੇ ਵਿੱਚ ਇੱਕ ਪਰਮਾਤਮਾ ਹੀ ਸੱਚ ਹੈ। ਇਹ ਰਚਨਾ ਕੀਤਾ ਹੈ, ਆਪਣੇ ਮਨ ਨੂੰ ਵਾਹਿਗੁਰੂ ਦੇ ਵੱਲ ਰਚਾਉਣਾ ਕੀਤਾ ਹੈ, ਮਿਲਾਉਣਾ ਕੀਤਾ ਹੈ। ਨਾਮ ਜਪ ਕੇ ਰਚਨਾ ਕੀਤਾ ਹੈ ਆਪਣੇ ਮਨ ਦੇ ਅੰਦਰ ਭਗਤੀ ਦੇ ਤਾਈ, ਸੇਵਾ ਕਰਕੇ ਆਪਣੇ ਅੰਦਰ ਨਿਮਰਤਾ ਨੂੰ, ਗੁਣਾਂ ਨੂੰ ਰਚਾਉਣਾ ਕੀਤਾ ਹੈ। ਤਾ ਕੋ ਕਰੋ ਸਿੰਗਾਰ। ਇਸ ਤਰ੍ਹਾਂ ਮੈਂ ਪਰਮਾਤਮਾ ਨੂੰ ਮਿਲਣ ਵਾਸਤੇ ਸ਼ਿੰਗਾਰ ਬਣਾਉਣਾ ਕੀਤੇ। ਜਿਵੇਂ ਇੱਕ ਇਸਤਰੀ ਆਪਣੇ ਸਰੀਰ ਤੇ ਸ਼ਿੰਗਾਰ ਬਣਾਉਂਦੀ ਹੈ, ਜਿਹੜਾ ਸਾਧੂ ਹੁੰਦਾ ਹੈ ਨਾ, ਸਾਧੂ, ਉਹਦੀ ਸਾਧਨਾ ਸ਼ਿੰਗਾਰ ਹੋਇਆ ਕਰਦੀ ਹੈ। ਆਪਣੇ ਜੀਵਨ ਅੰਦਰ ਗੁਣ ਧਾਰਨ ਕਰਨੇ, ਇਹ ਸ਼ਿੰਗਾਰ ਹੋਇਆ ਕਰਦਾ ਹੈ ਇੱਕ ਸਾਧੂ ਦਾ, ਇੱਕ ਗੁਰਸਿੱਖ ਦਾ। ਗੁਣ ਕਿਹੜੇ ਨੇ? ਸਤ ਧਾਰਨ ਕਰਨਾ, ਸੰਤੋਖ ਰੱਖਣਾ, ਨਿਮਰਤਾ ਰੱਖਣੀ, ਵਿਚਾਰ ਕਰਨੀ ਗੁਰੂ ਦੇ ਸ਼ਬਦ ਦੀ। ਸਤ, ਸੰਤੋਖ, ਦਇਆ, ਧਰਮ, ਵਿਚਾਰ, ਇਹ ਗੁਣ ਨੇ ਸਾਧ ਸੰਗਤ ਮੁੱਖ। ਇਹਨਾਂ ਨੂੰ ਆਪਣੇ ਜੀਵਨ ਦੇ ਅੰਦਰ ਧਾਰਨ ਕਰਨਾ, ਇਹ ਸਾਧੂ ਦਾ ਸ਼ਿੰਗਾਰ ਹੋਇਆ ਕਰਦਾ ਹੈ। ਔਰ ਇਸ ਤਰ੍ਹਾਂ ਜਦੋਂ ਸ਼ਿੰਗਾਰ ਬਣ ਜਾਵੇ ਤਾਂ ਫਿਰ ਪਰਮਾਤਮਾ ਮਿਲ ਜਾਂਦਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਰਚ ਰਚ ਕਰੋ ਤਾ ਕੋ ਕਰੋ ਸ਼ਿੰਗਾਰ। ਇਹ ਮੈਂ ਸੇਵਾ, ਸਿਮਰਨ, ਬੰਦਗੀ ਆਪਣੇ ਜੀਵਨ ਦੇ ਅੰਦਰ ਇਹਨਾਂ ਗੁਣਾਂ ਨੂੰ, ਜੋ ਸਤ, ਸੰਤੋਖ, ਦਇਆ, ਧਰਮ, ਵਿਚਾਰ ਰਚ ਕਰਕੇ ਉਸ ਵਾਹਿਗੁਰੂ ਦੇ ਵਾਸਤੇ ਸ਼ਿੰਗਾਰ ਕੀਤਾ ਹੈ। ਭਲੇ ਨਿੰਦੋ ਭਲੇ ਨਿੰਦੋ ਭਲੇ ਨਿੰਦੋ ਲੋਕ। ਹੇ ਲੋਕੋ, ਮੈਨੂੰ ਚੰਗਾ ਹੈ ਤੁਸੀਂ ਨਿੰਦੋ, ਮੈਂ ਮਨ ਕੱਢ ਕੇ ਮਾੜਾ ਹਾਂ। ਚੰਗਾ ਹੈ ਨਿੰਦੋ ਮੈਨੂੰ, ਮੈਂ ਤਨ ਸਰੀਰ ਕਰਕੇ ਵੀ ਮਾੜਾ ਹਾਂ, ਔਰ ਮੇਰਾ ਵਿਵਹਾਰ ਵੀ ਮਾੜਾ ਹੈ। ਮੈਂ ਤੁਹਾਡੇ ਲੋਕਾਂ ਅਨੁਸਾਰ ਤਾਂ ਜੀਵਨ ਜਿਉਂਦਾ ਹੀ ਨਹੀਂ, ਨਾ ਹੀ ਮੈਨੂੰ ਮਾਇਆ ਦੇ ਨਾਲ ਪਿਆਰ ਹੈ, ਨਾ ਹੀ ਮੈਂ ਕਿਸੇ ਨਾਲ ਠੱਗੀ ਧੋਖਾ ਕਰਦਾ, ਤੇ ਨਾ ਹੀ ਮੇਰਾ ਕੋਈ ਸੰਸਾਰਕ ਵਿਵਹਾਰ ਕਾਇਮ ਹੈ ਕਿ ਮੇਰਾ ਸੰਸਾਰ ਦੇ ਵਿੱਚ ਸੁੱਖ ਵਧਿਆ ਰਹੇ। ਇਸ ਲਈ ਤੁਸੀਂ ਮੈਨੂੰ ਨਿੰਦੋ, ਮਨ ਕਰਕੇ ਵੀ ਨਿੰਦੋ, ਤਨ ਸਰੀਰ ਕਰਕੇ ਵੀ, ਧਨ ਕਰਕੇ ਵੀ ਨਿੰਦੋ ਕਿ ਗਰੀਬ ਹੈ, ਕੰਗਾਲ ਹੈ, ਭਾਵੇਂ ਜਿਵੇਂ ਮਰਜ਼ੀ ਮੇਰੀ ਨਿੰਦਿਆ ਕਰ ਲੋ। ਤਨ ਮਨ ਰਾਮ ਪਿਆਰੇ ਜੋਗ। ਮੈਂ ਤਾਂ ਆਪਣਾ ਤਨ ਸਰੀਰ ਵੀ ਤੇ ਆਪਣਾ ਮਨ ਰਾਮ ਵਾਹਿਗੁਰੂ ਪਿਆਰੇ ਦੇ ਜੋਗਾ ਹੀ ਕਰ ਲਿਆ। ਮੇਰਾ ਮਨ ਵੀ ਉਹਦੇ ਜੋਗਾ ਹੀ ਹੈ ਕਿ ਹੁਣ ਮੈਂ ਉਹਦੀ ਹੀ ਵਿਚਾਰ ਕਰਦਾ, ਉਹਦੀ ਹੀ ਚਿਤਵਨੀ ਕਰਦਾ, ਉਹਦੇ ਨਾਲ ਹੀ ਮਨ ਕਰਕੇ ਜੁੜਿਆ ਹੋਇਆ। ਤੇ ਸਰੀਰ ਕਰਕੇ ਜੋ ਕਰਮ ਕਰਨੇ ਨੇ ਇਹ ਵੀ ਉਹਦੇ ਜੋਗੇ ਹੀ ਹੋ ਗਏ। ਬਾਦ ਵਿਵਾਦ ਕਾਹੂ ਸਿਓ ਨਾ ਕੀਜੈ। ਵਿਸ਼ਰਾਮ ਦੇ ਕੇ ਭਗਤ ਜੀ ਫਰਮਾਉਂਦੇ ਨੇ, ਭਾਈ ਜਿਹੜਾ ਬਾਦ ਨਾਮ ਹੈ ਝਗੜਾ, ਜਿਹੜਾ ਇੱਕ ਤਾਂ ਚਰਚਾ ਕਰਕੇ ਝਗੜਾ ਕਰਨਾ, ਤੇ ਇੱਕ ਵਿਵਾਦ ਲੜਾਈ ਕਰਕੇ ਝਗੜਾ ਕਰਨਾ, ਕਿਸੇ ਦੇ ਨਾਲ ਨਾ ਕਰੋ। ਮਨ ਕਰਕੇ ਜਿਹੜਾ ਵਿਵਾਦ ਕਰਨਾ ਹੈ ਤੇ ਤਨ ਸਰੀਰ ਕਰਕੇ ਜਿਹੜਾ ਝਗੜਾ ਕਰਨਾ ਹੈ। ਵਾਦ ਵਿਵਾਦ ਜਿਹੜੇ ਇਹ ਵਿਅਰਥ ਝਗੜੇ ਕਰਨੇ ਨੇ
ਕਿਸੇ ਦੇ ਨਾਲ ਨਾ ਕਰਨਾ ਕਰੋ। ਰਸਨਾ ਨਾਮ ਰਸਾਇਣ ਪੀਜੈ। ਆਪਣੀ ਰਸਨਾ ਦੇ ਨਾਲ, ਆਪਣੀ ਜ਼ੁਬਾਨ ਦੇ ਨਾਲ ਰਾਮ ਵਾਹਿਗੁਰੂ ਪਰਮਾਤਮਾ ਦੇ ਨਾਮ ਰੂਪ ਰਸ ਨੂੰ ਪੀਣਾ ਕਰੋ। ਰਸਾਇਣ ਇਹ ਦੋ ਸ਼ਬਦਾਂ ਤੋਂ ਬਣਿਆ, ਰਸ ਆਇਨ, ਜੋ ਸਾਰੇ ਰਸਾਂ ਦਾ ਘਰ ਹੈ ਪਰਮਾਤਮਾ। ਸਾਰੇ ਰਸ ਉਸ ਵਿੱਚੋਂ ਹੀ ਨੇ ਨਾ ਸਾਧ ਸੰਗਤ। ਜੇ ਉਸ ਪਰਮਾਤਮਾ ਨੇ ਸਾਨੂੰ ਤੰਦਰੁਸਤੀ ਬਖਸ਼ੀ ਹੈ, ਸਾਡੀ ਜ਼ੁਬਾਨ ਦੇ ਅੰਦਰ ਰਸ ਰੱਖਿਆ ਕਿ ਇਹ ਰਸ ਨੂੰ ਲੈ ਸਕਦੀ ਹੈ, ਤਦੋਂ ਹੀ ਰਸ ਲੈਣੇ ਆ। ਨਹੀਂ ਬਿਮਾਰ ਬੰਦੇ ਉਹ ਕਹਿ ਦਿੰਦੇ ਨੇ ਭਾਈ ਸਾਡੇ ਕੋਲੋਂ ਹੁਣ ਰਸ ਨਹੀਂ ਲਏ ਜਾਂਦੇ, ਸਾਨੂੰ ਭੋਜਨ ਵਿੱਚੋਂ ਵੀ ਕੁੜੱਤਣ ਆਉਂਦੀ ਹੈ। ਤਾਂ ਇਸ ਤਰ੍ਹਾਂ ਵਾਹਿਗੁਰੂ ਨੇ ਸਾਡੇ ਅੰਦਰ ਰਸ ਰੱਖਿਆ ਹੋਇਆ। ਜੇ ਅਸੀਂ ਭੁੱਖੇ ਹਾਂ ਤਾਂ ਸਾਨੂੰ ਪ੍ਰਸ਼ਾਦਾ ਵੀ ਚੰਗਾ ਲੱਗਦਾ, ਸਵਾਦਿਸ਼ਟ ਲੱਗਦਾ, ਤੇ ਜਦੋਂ ਰੱਜਿਆ ਹੋਇਆ ਮਨੁੱਖ ਹੋਵੇ ਉਹਨੂੰ ਕੁਛ ਨਹੀਂ ਚੰਗਾ ਲੱਗਦਾ। ਸੋ ਸਾਰੇ ਰਸਾਂ ਦਾ ਘਰ, ਜਿਹਦੇ ਨਾਲ ਮਿਲ ਕੇ ਸਾਰੇ ਦੁਨੀਆ ਦੇ ਰਸ ਛੋਟੇ ਪੈ ਜਾਂਦੇ ਨੇ, ਉਸ ਦੇ ਨਾਮ ਦੇ ਤਾਈਂ ਜਪਣਾ ਕਰੀਏ। ਔਰ ਜਿਹੜਾ ਹੋਰ ਦੁਨੀਆ ਦੇ ਝਗੜੇ ਨੇ ਵਿਅਰਥ, ਉਹ ਛੱਡ ਦਈਏ। ਗੁਰਮਤਿ ਸਾਚੀ ਹੁਜਤ ਦੂਰ, ਬਹੁਤ ਸਿਆਣਪ ਲਾਗੈ ਤੂਰ। ਜਿਹੜੇ ਗੁਰਮਤਿ ਧਾਰਨ ਕਰ ਲੈਂਦੇ ਨੇ, ਉਹਨਾਂ ਵਾਸਤੇ ਜਿਹੜੀਆਂ ਹੁਜਤਾਂ ਕਰਨੀਆਂ ਨੇ, ਤੁਹਮਤਾਂ ਲਾਉਣੀਆਂ ਨੇ, ਇਹ ਦੂਰ ਹੋ ਜਾਂਦੀਆਂ ਨੇ। ਕਿਸੇ ਨਾਲ ਨਿੱਕੀ ਨਿੱਕੀ ਗੱਲ ਤੇ ਝਗੜੀ ਜਾਣਾ, ਵੈਰ ਪਾ ਲੈਣਾ, ਕਿੱਥੇ ਤਾਂ ਸ਼ਾਂਤੀ ਰੱਖਣੀ ਤੇ ਕਿੱਥੇ ਝਗੜਾ ਪਾ ਲੈਣਾ। ਭਗਤ ਫਰੀਦ ਜੀ ਦੇ ਕੋਲ ਇੱਕ ਮਾਈ ਆਈ, ਕਹਿੰਦੀ ਮੇਰੀ ਸੱਸ ਮੇਰੇ ਨਾਲ ਬਹੁਤ ਲੜਦੀ ਹੈ, ਤੇ ਭਗਤ ਜੀ ਮੈਨੂੰ ਕੋਈ ਐਸਾ ਜਾਦੂ ਬਖਸ਼ੋ ਵੀ ਮੈਂ ਸੱਸ ਨੂੰ ਵੱਸ ਵਿੱਚ ਕਰਨਾ। ਤੇ ਭਗਤ ਫਰੀਦ ਜੀ ਨੇ ਉਹਨੂੰ ਇੱਕ ਧਾਗਾ ਦੇ ਦਿੱਤਾ। ਕਹਿੰਦੇ ਮਾਈ ਆਹ ਧਾਗਾ ਗਾ, ਪਰ ਤੂੰ ਕਰਨਾ ਕੀ ਹੈ, ਜਦੋਂ ਤੇਰੀ ਸੱਸ ਤੇਰੇ ਨਾਲ ਲੜੇ ਨਾ, ਤੇ ਤੂੰ ਆਪਣੀ ਜ਼ੁਬਾਨ ਦੇ ਹੇਠਾਂ ਜ਼ੋਰ ਨਾਲ ਨੱਪ ਲੈਣਾ ਇਹਨੂੰ ਦੰਦਾਂ ਦੇ ਵਿੱਚ, ਕਿੰਨਾ ਕੁਝ ਬੋਲੀ ਜਾਵੇ, ਬਸ ਤੂੰ ਬਿਲਕੁਲ ਜ਼ੁਬਾਨ ਨਹੀਂ ਖੋਲ੍ਹਣੀ, ਨਹੀਂ ਤਾਂ ਇਹਦਾ ਅਸਰ ਨਹੀਂ ਹੋਣਾ। ਤੇ ਫਿਰ ਥੋੜ੍ਹੇ ਦਿਨਾਂ ਬਾਅਦ ਵੇਖੀ ਉਹੀ ਸੱਸ ਤੈਨੂੰ ਜੀ ਚੋਈ ਕਰੂਗੀ। ਤੇ ਹੁਣ ਉਸ ਬੀਬੀ ਨੇ ਉਹ ਧਾਗਾ ਲਿਆ, ਤੇ ਜਦੋਂ ਘਰੇ ਗਈ ਤੇ ਸੱਸ ਆਉਂਦਿਆਂ ਨੂੰ ਹੀ ਪਤਾ ਨਹੀਂ ਕਿੱਥੋਂ ਆਈ ਹੈ, ਕਿੱਥੇ ਕਿੱਥੇ ਜਾਂਦੀ ਹੈ, ਕਈ ਗੱਲਾਂ ਕੀਤੀਆਂ ਉਹਨੇ, ਪਰ ਇਹ ਚੁੱਪ ਰਹੀ। ਤੇ ਸੱਸ ਨੇ ਸੋਚਿਆ ਵੀ ਅੱਜ ਬੋਲੀ ਕੁਝ ਨਹੀਂ। ਉਹ ਬੋਲੇ ਤੇ ਇਹ ਦੰਦਾਂ ਹੇਠਾਂ ਉਹ ਜਿਹੜਾ ਧਾਗਾ ਸੀ ਨੱਪ ਲਵੇ। ਤੇ 2-3 ਦਿਨਾਂ ਵਿੱਚ ਹੀ ਮਾਹੌਲ ਬਦਲ ਗਿਆ। ਜਿਹੜੀ ਉਹ ਸੱਸ ਵੈਰਨ ਬਣੀ ਹੋਈ ਸੀ, ਉਹਨੇ ਸੋਚਿਆ ਵੀ ਇਹ ਤਾਂ ਧੀ ਰਾਣੀ ਹੈ। ਦੇਖੋ ਬੰਦੇ ਨੂੰ ਗੁੱਸਾ ਆਉਂਦਾ ਹੈ, ਪਰ ਜਦੋਂ ਸਾਹਮਣੇ ਗੁੱਸਾ ਕਰਨ ਵਾਲਾ ਮਿਲ ਜੇ ਫਿਰ ਗੁੱਸਾ ਵੱਧ ਜਾਂਦਾ ਹੈ। ਨਹੀਂ ਤਾਂ ਸਾਡੇ ਮਨ ਦਾ ਸੁਭਾਅ ਹੈ ਸਾਧ ਸੰਗਤ, ਇਹ ਕੁਝ ਸਮੇਂ ਬਾਅਦ ਜਦੋਂ ਉਸ ਗੁੱਸੇ ਤੋਂ ਠੰਡਾ ਹੁੰਦਾ ਨਾ, ਫਿਰ ਇਹਦੇ ਅੰਦਰ ਗਿਆਨ ਪੈਦਾ ਹੁੰਦਾ ਹੈ। ਤੇ ਉਹ ਸੱਸ ਹੌਲੀ ਹੌਲੀ ਉਹਦਾ ਸੁਭਾਅ ਬਦਲ ਗਿਆ ਵੀ ਇਹ ਤਾਂ ਬਹੁਤ ਚੰਗੀ ਹੈ, ਮੈਨੂੰ ਬੋਲਦੀ ਵੀ ਨਹੀਂ, ਕੰਮ ਕਰਦੀ ਰਹਿੰਦੀ ਚੁੱਪ-ਚਾਪ। ਪਰ ਉਹ ਜਿਹੜੀ ਸੀ ਉਹ ਆਪਣੇ ਜ਼ੁਬਾਨ ਹੇਠਾਂ ਧਾਗਾ ਨੱਪ ਕੇ ਰੱਖਦੀ ਸੀ। ਹੁਣ ਉਹੀ ਸੱਸ ਮਿੱਠਾ ਬੋਲਣ ਲੱਗ ਪਈ। ਤੇ ਇਹ ਬੀਬੀ ਭਗਤ ਜੀ ਦੇ ਕੋਲ ਆਈ, ਕਹਿੰਦੀ ਭਗਤ ਜੀ ਤੁਹਾਡੇ ਧਾਗੇ ਨੇ ਬਹੁਤ ਅਸਰ ਕੀਤਾ। ਜਿਹੜੀ ਸੱਸ ਸੀ ਨਾ ਹੁਣ ਮਿੱਠਾ ਬੋਲਣ ਲਾਤੀ ਹੈ। ਭਗਤ ਜੀ ਕਹਿੰਦੇ ਬੀਬੀ ਇਸ ਧਾਗੇ ਵਿੱਚ ਕੋਈ ਜ਼ੋਰ ਨਹੀਂ, ਬਸ ਤੇਰੀ ਚੁੱਪ ਵਿੱਚ ਜ਼ੋਰ ਸੀ। ਜਿਹੜੀ ਤੂੰ ਚੁੱਪ ਧਾਰਨ ਕੀਤੀ ਹੈ ਇਹ ਬਹੁਤ ਵੱਡਾ ਗੁਣ ਹੈ, ਔਰ ਇਸ ਨੇ ਤੇਰੇ ਘਰ ਦੀ ਸਾਰੀ ਲੜਾਈ ਖਤਮ ਕਰ ਦਿੱਤੀ। ਫਿਰ ਉਪਦੇਸ਼ ਕੀਤਾ, ਨਿਵਣ ਸੋ ਅੱਖਰ ਖਵਣ ਗੁਣ ਜਿਹਬਾ ਮਣੀਆਂ ਮੰਤ। ਇਹ ਤ੍ਰੈ ਭੈਣੇ ਵੇਸ ਕਰ ਤਾ ਵਸ ਆਵੀ ਕੰਤ। ਇੱਕ ਤਾਂ ਨਿਆਉਣਾ,
ਨਿਮਰਤਾ ਧਾਰਨ ਕਰ ਲੈ। ਇੱਕ ਸਹਿਣਸ਼ੀਲਤਾ ਵਾਲੇ ਬਚਨ ਕਹੇ, ਮਿੱਠੇ ਬਚਨ। ਖਵਣ ਗੁਣ ਜਿਹਬਾ ਮਣੀਆਂ ਮੰਤ, ਤੇ ਰਸਨਾ ਤੇ ਨਾਮ ਹੋਵੇ। ਜੇ ਇਹ ਤਿੰਨ ਲਿਬਾਸ ਕਰ ਲਵੇਂ ਤੈਨੂੰ ਪਰਮਾਤਮਾ ਵੀ ਵਸ ਆ ਜਾਵੇ। ਸੰਸਾਰ ਤਾਂ ਕੀ, ਪਰਮਾਤਮਾ ਹੀ ਵਸ ਆ ਜਾਵੇਗਾ। ਸਤਿਗੁਰੂ ਮਹਾਰਾਜ ਕਹਿੰਦੇ, ਗੁਰਮਤਿ ਸਾਚੀ ਹੁਜਤ ਦੂਰ, ਬਹੁਤ ਸਿਆਣਪ ਲਾਗੈ ਧੂੜ। ਬੰਦਾ ਬਹੁਤੀਆਂ ਸਿਆਣਪਾਂ ਵਰਤਦਾ ਨਾ, ਪਰ ਮਨ ਤੇ ਮੈਲ ਲੱਗਦੀ ਰਹਿੰਦੀ ਹੈ। ਉਹ ਸਿਆਣਪਾਂ ਹੀ ਇਹਨੂੰ ਫਾਹੀਆਂ ਬਣ ਜਾਂਦੀਆਂ ਨੇ, ਇਹਨੂੰ ਸਿੱਧੇ ਪਾਸੇ ਤੁਰਨ ਨਹੀਂ ਦਿੰਦੀਆਂ। ਇਸ ਤਰ੍ਹਾਂ ਮਹਾਰਾਜ ਕਹਿੰਦੇ, ਲਾਗੀ ਮੈਲ ਮਿਟੈ ਸਚ ਨਾਈ। ਜਿਹੜੀ ਇਹ ਮਨ ਦੇ ਤਾਈਂ ਮੈਲ ਲੱਗੀ ਹੋਈ ਹੈ ਸਾਧ ਸੰਗਤ, ਸੱਚੇ ਨਾਮ ਨੂੰ ਜਪਣ ਕਰਕੇ ਮਿਟ ਸਕਦੀ ਹੈ। ਜੇ ਨਾਮ ਜਪੀਏ ਨਾ, ਤੇ ਮਨ ਦੇ ਅੰਦਰੋਂ ਜਿੰਨੇ ਵਲ ਪਏ ਹੋਏ ਨੇ, ਮਨ ਦੇ ਅੰਦਰ ਖੋਟਾਂ ਨੇ। ਸਾਡੇ ਮਨ ਦੀਆਂ ਕਈ ਤਹਿਾਂ ਹੁੰਦੀਆਂ ਨੇ, ਜਿਵੇਂ ਧਰਤੀ ਦੀਆਂ ਕਈ ਤਹਿਾਂ ਹੁੰਦੀਆਂ ਨੇ ਨਾ, ਇਸ ਤਰ੍ਹਾਂ ਮਨ ਦੀਆਂ ਕਈ ਤਹਿਾਂ ਨੇ। ਕਿਸੇ ਤਹਿ ਵਿੱਚ ਤਾਂ ਉੱਪਰੋਂ ਸੁਭਾਅ ਬਣਿਆ ਹੋਇਆ ਦਿਖਾਵੇ ਵਾਲਾ, ਅੰਦਰਲੀ ਤਹਿ ਹੈ ਉਹਦੇ ਵਿੱਚ ਖੋਟ ਲੁਕੀ ਹੋਈ ਹੈ। ਕਿਤੇ ਲਾਲਚ ਬਣਿਆ ਹੈ, ਕਿਤੇ ਈਰਖਾ, ਕਿਤੇ ਕਾਮ, ਕਿਤੇ ਕ੍ਰੋਧ, ਕਿਤੇ ਵੈਰ। ਉਹ ਕਿਸੇ ਕਿਸੇ ਸਮੇਂ ਆ ਕੇ ਦਰਸ਼ਨ ਦਿੰਦੇ ਨੇ। ਪਰ ਮਹਾਰਾਜ ਕਹਿੰਦੇ, ਲਾਗੀ ਮੈਲ ਮਿਟੈ ਸਚ ਨਾਈ, ਗੁਰ ਪ੍ਰਸਾਦ ਰਹਿ ਲਿਵ ਲਾਈ। ਜਿਹੜੀ ਇਹ ਮਨ ਨੂੰ ਮੈਲ ਲੱਗੀ ਹੋਈ ਹੈ ਨਾ, ਇਹ ਸੱਚੇ ਨਾਮ ਨੂੰ ਜਪਣ ਕਰਕੇ ਮਿਟ ਜਾਂਦੀ ਹੈ। ਔਰ ਉਹਦੇ ਗੁਰੂ ਸਾਹਿਬਾਂ ਦੀ ਕਿਰਪਾ ਦੇ ਨਾਲ ਲਿਵ ਜੁੜ ਜਾਂਦੀ ਹੈ। ਹੈ ਹਜੂਰ ਹਾਜ਼ਰ ਅਰਦਾਸ, ਉਹਨੂੰ ਆਪਣੇ ਨੇੜੇ ਸਮਝ, ਉਹਦੇ ਅੱਗੇ ਅਰਦਾਸ ਕਰ ਕਿ ਉਹ ਤਾਂ ਨੇੜੇ ਹੈ ਪਰ ਮੈਨੂੰ ਦਿਸਦਾ ਨਹੀਂ। ਜਦੋਂ ਤੂੰ ਅਰਦਾਸ ਕਰੇਗਾ, ਮਨ ਟਿਕਣ ਲੱਗ ਜਾਵੇਗਾ। ਤਨ ਮਨ ਸਾਚੇ ਪ੍ਰਭ ਪਾਸ, ਤਾਂ ਆਪਣਾ ਜਿਹੜਾ ਤਨ ਮਨ ਹੈ ਸੱਚੇ ਵਾਹਿਗੁਰੂ ਦੇ ਚਰਨਾਂ 'ਚ ਭੇਟਾ ਕਰਦੇ। ਹੁਣ ਇੱਥੇ ਭਗਤ ਜੀ ਕੀ ਕਹਿੰਦੇ ਨੇ, ਬਾਦ ਵਿਵਾਦ ਕਾਹੂ ਸਿਉ ਨਾ ਕੀਜੈ। ਅਸੀਂ ਵਿਅਰਥ ਝਗੜੇ ਕਿਸੇ ਨਾਲ ਨਹੀਂ ਕਰਦੇ। ਰਸਨਾ ਰਾਮ ਰਸਾਇਨ ਪੀਜੈ। ਭਾਈ ਅਸੀਂ ਤਾਂ ਆਪਣੀ ਰਸਨਾ ਦੇ ਨਾਲ ਵਾਹਿਗੁਰੂ ਦੇ ਨਾਮ ਰੂਪ ਰਸ ਨੂੰ ਹੀ ਛਕਦੇ ਹਾਂ। ਅਬ ਜੀ ਜਾਨ ਐਸੀ ਬਣ ਆਈ। ਹੁਣ ਅਸੀਂ ਆਪਣੇ ਜੀ ਹਿਰਦੇ ਵਿੱਚ ਜਾਣ ਲਿਆ ਕਿ ਸਾਡੀ ਐਸੀ ਪਰਮਾਤਮਾ ਦੇ ਨਾਲ ਭਗਤੀ ਬਣ ਆਈ ਹੈ। ਮਿਲਾ ਗੋਪਾਲ ਨਿਸ਼ਾਨ ਬਜਾਈ। ਅਸੀਂ ਤਾਂ ਪਰਮਾਤਮਾ ਨੂੰ ਮਿਲਾਂਗੇ ਨਗਾਰੇ ਦੀ ਚੋਟ ਵਜਾ ਕਰਕੇ, ਵੀ ਹੁਣ ਅਸੀਂ ਪਰਮਾਤਮਾ ਨੂੰ ਮਿਲਣ ਲੱਗੇ ਹਾਂ। ਇਸ ਤਰ੍ਹਾਂ ਹੀ ਹੋਇਆ ਨਾ। ਦੇਖੋ ਸਾਧ ਸੰਗਤ, ਬੰਦਾ ਬੰਦਗੀ ਕਰਦਾ ਹੈ, ਬੰਦਗੀ ਕਰਦਿਆਂ ਰੌਲਾ ਪਾਉਂਦਾ ਰਹੇ ਵੀ ਮੈਂ ਇੰਨਾ ਸਿਮਰਨ ਕੀਤਾ, ਨਾਮ ਜਪਿਆ, ਉਹ ਤਾਂ ਹੰਕਾਰ ਬਣ ਜਾਂਦਾ। ਪਰ ਦੂਜੇ ਪਾਸੇ ਇੰਨੀ ਬੰਦਗੀ, ਇੰਨਾ ਸਿਮਰਨ ਕਿ ਆਪਣੇ ਧਰਮ ਵਾਸਤੇ ਸਿਰ ਤੋਂ ਖੋਪਰ ਲੁਹਾ ਲੈਣਾ ਕੀਤਾ। ਲੋਕ ਕਹਿੰਦੇ ਨੇ, ਤਾਰੂ ਭਾਈ ਤਾਰੂ ਤੂੰ ਆਸੇ ਪਾਸੇ ਨੱਸ ਜਾ, ਸਮਾਂ ਨਿਕਲ ਜਾਵੇਗਾ, ਤੂੰ ਆਪਣੇ ਘਰ ਆ ਜੀ। ਭਾਈ ਤਾਰੂ ਜੀ ਕਹਿੰਦੇ ਨਹੀਂ, ਜੇ ਮੈਂ ਚਲਿਆ ਗਿਆ ਤੇ ਪਿੰਡ ਵਾਲੇ ਲੋਕਾਂ ਨੂੰ ਉਹ ਮੁਗਲ ਤੰਗ ਕਰਨਗੇ। ਤਾਂ ਉਸ ਸਮੇਂ ਸਾਧ ਸੰਗਤ ਆਪ ਸਿੱਧਾ ਜਾ ਕੇ ਪੇਸ਼ ਹੋ ਗਏ। ਤੇ ਉਸ ਸਮੇਂ ਕਈ ਤਰ੍ਹਾਂ ਦੇ ਲਾਲਚ ਵੀ ਦਿੱਤੇ ਗਏ, ਚੌਧਰਤਾ ਮਿਲੇਗੀ, ਧਨ ਮਿਲੇਗਾ, ਮੁਸਲਮਾਨ ਬਣ ਜਾ। ਕਹਿੰਦੇ ਨਹੀਂ, ਫਿਰ ਕੇਸ ਕਤਲ ਕਰ ਦਾਂਗੇ, ਕੋਈ ਪਰਵਾਹ ਨਹੀਂ। ਭਾਈ ਸਾਹਿਬ ਕਹਿੰਦੇ
ਤੇ ਕੇਸ ਕਤਲ ਵੀ ਕਰਨ ਲੱਗੇ ਪਰ ਨਹੀਂ ਹੋਏ, ਸਿਰ ਤੋਂ ਖੋਪਰ ਲੁਹਾ ਦਿੱਤਾ। 22 ਦਿਨ ਜਿਉਂਦੇ ਰਹੇ। 22 ਦਿਨ ਐਸੀ ਸਮਾਧੀ ਲੱਗੀ, ਜਪ ਸਾਹਿਬ ਦਾ ਪਾਠ ਹੀ ਕਰੀ ਜਪਜੀ ਸਾਹਿਬ। ਤੇ ਸਾਧ ਸੰਗਤ 22 ਦਿਨਾਂ ਬਾਅਦ ਸਰੀਰ ਛੱਡਿਆ। ਇਹ ਨਿਸ਼ਾਨ ਹੀ ਬਚਾਇਆ ਨਾ, ਲੋਕਾਂ ਨੂੰ ਪ੍ਰਤੱਖ ਦਿਖਾ ਦਿੱਤਾ ਵੀ ਅਸੀਂ ਸਿੱਖੀ ਵਾਸਤੇ ਇਸ ਤਰ੍ਹਾਂ ਕੁਰਬਾਨ ਹੋ ਸਕਦੇ ਹਾਂ, ਸਿੱਖੀ ਨਹੀਂ ਤਿਆਗ ਸਕਦੇ। ਤੇ ਭਗਤ ਨਾਮਦੇਵ ਜੀ ਨੂੰ ਵੀ ਰਾਜੇ ਨੇ ਕਿਹਾ ਸੀ ਗਊ ਜਿਉਂਦੀ ਕਰਦੇ, ਕਹਿੰਦੇ ਨਹੀਂ, ਨਾਮ ਸਿਮਰਨ ਵਿੱਚ ਪਰਪੱਕ ਰਹੇ ਪਰ ਪਰਮਾਤਮਾ ਦੇ ਸ਼ਰੀਕ ਨਹੀਂ ਬਣੇ। ਤਾਂ ਇਸ ਤਰ੍ਹਾਂ ਜਿਹੜੇ ਭਗਤ ਨੇ ਉਹ ਸਾਧ ਸੰਗਤ ਪ੍ਰਤੱਖ ਪਰਮਾਤਮਾ ਵਿੱਚ ਮਿਲ ਜਾਂਦੇ ਨੇ ਨਿਗਾਰੇ ਦੀ ਚੋਟ ਦੇ ਨਾਲ। ਭਗਤ ਜੀ ਕਹਿੰਦੇ ਭਾਈ ਅਸੀਂ ਨਿਗਾਰੇ ਦੀ ਨਿਸ਼ਾਨ ਦੀ ਚੋਟ ਵਜਾ ਕੇ ਪਰਮਾਤਮਾ ਦੇ ਨਾਲ ਮਿਲਣਾ ਕਰਾਂਗੇ। ਉਸਤਤ ਨਿੰਦਾ ਕਰੇ ਨਰ ਕੋਈ। ਜੇ ਕੋਈ ਮਨੁੱਖ ਸਾਡੀ ਉਸਤਤ ਦੀ ਵਡਿਆਈ ਕਰਦਾ ਹੈ ਵੀ ਨਾਮਦੇਵ ਤੂੰ ਬਹੁਤ ਚੰਗਾ ਹੈ, ਤੂੰ ਬਹੁਤ ਨਾਮ ਜਪਦਾ ਹੈ, ਤਾਂ ਵੀ ਸਾਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਵੀ ਇਹ ਸਾਡੀ ਵਡਿਆਈ ਕਰ ਰਹੇ ਨੇ। ਤੇ ਜੇ ਸਾਡੀ ਕੋਈ ਨਿੰਦਿਆ ਕਰਦੇ, ਤੁਸੀਂ ਲੋਕ ਨਿੰਦਿਆ ਕਰਨ ਲੱਗ ਗਏ ਹੋ, ਤਾਂ ਵੀ ਸਾਨੂੰ ਕੋਈ ਪਰਵਾਹ ਨਹੀਂ। ਤੁਸੀਂ ਝੂਠਾ ਹੀ ਕਰਦੇ ਹੋ ਨਾ, ਝੂਠੀ ਹੀ ਨਿੰਦਿਆ ਕੀਤੀ ਹੈ। ਤਾਂ ਭਗਤ ਜੀ ਕਹਿੰਦੇ ਨਾ ਹੀ ਸਾਨੂੰ ਉਸਤਤੀ ਤੇ ਨਾ ਹੀ ਨਿੰਦਿਆ ਦੀ ਕੋਈ ਪਰਵਾਹ ਹੈ, ਭਾਵੇਂ ਕੋਈ ਮਨੁੱਖ ਕਰੀ ਜਾਵੇ। ਨਾਮੇ ਸ੍ਰੀ ਰੰਗ ਭੇਟਲ ਸੋਈ। ਭਗਤ ਨਾਮਦੇਵ ਜੀ ਕਹਿੰਦੇ ਅਸੀਂ ਤਾਂ ਸ੍ਰੀ ਜੋ ਸੋਭਾ ਵਾਲਾ, ਰੰਗ ਪ੍ਰੇਮ ਵਾਲਾ, ਸ੍ਰੀ ਜੋ ਸ਼੍ਰੋਮਣੀ ਹੈ, ਰੰਗ ਸਾਰਿਆਂ ਵਿੱਚ ਰੰਗਿਆ ਹੋਇਆ ਹੈ, ਉਸ ਪਰਮੇਸ਼ਰ ਦੇ ਨਾਲ ਮਿਲ ਗਏ ਹਾਂ। ਉਸ ਦੇ ਨਾਲ ਸਾਡੀ ਅਭੇਦਤਾ ਹੋ ਗਈ ਹੈ। ਹੁਣ ਅਸੀਂ ਸੰਸਾਰ ਦੇ ਵਿੱਚ ਇਹ ਚਿੱਤ ਨਹੀਂ ਰੱਖਦੇ ਕਿ ਕਿਸ ਦੇ ਨਾਲ ਵੈਰ ਕਰਨਾ ਹੈ, ਕਿਸ ਨਾਲ ਪ੍ਰੇਮ ਕਰਨਾ ਹੈ। ਸਭ ਥਾਵਾਂ 'ਤੇ ਅਸੀਂ ਪਰਮਾਤਮਾ ਨੂੰ ਜਾਣ ਲਿਆ। ਸਭੈ ਘਟ ਰਾਮ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਏਕਲ ਮਾਟੀ ਕੁੰਜਰ ਚੀਟੀ, ਭਾਂਜਨ ਹੈ ਬਹੁ ਨਾਨਾ। ਸਭ ਕੁਝ ਉਸ ਪਰਮਾਤਮਾ ਦਾ ਹੀ ਖੇਲ ਹੈ। ਇਹ ਸਾਧ ਸੰਗਤ ਇਸ ਸ਼ਬਦ ਅੰਦਰ ਭਗਤ ਜੀ ਨੇ ਸਾਨੂੰ ਉਪਦੇਸ਼ ਬਖਸ਼ਿਆ। ਐਸੀ ਬੰਦਗੀ ਕਰੀਏ, ਨਾਮ ਵਿੱਚ ਜੁੜੀਏ, ਭਾਵੇਂ ਸਾਨੂੰ ਕੋਈ ਵਡਿਆਈ ਜਾਵੇ ਤੇ ਭਾਵੇਂ ਸਾਨੂੰ ਕੋਈ ਨਿੰਦੀ ਜਾਵੇ, ਪਰ ਪਰਵਾਹ ਨਾ ਕਰੀਏ। ਹੁੰਦਾ ਨਾ ਕਈ ਵਾਰ ਜੇ ਮਨੁੱਖ 2 ਦਿਨ ਚੌਂਕੜਾ ਮਾਰ ਲਏ ਤਾਂ ਉਹਨੂੰ ਵਡਿਆਈ ਕਰਨ ਵਾਲੇ ਵੀ ਆ ਜਾਂਦੇ ਨੇ ਵੀ ਹੁਣ ਇਹਦੀ ਬੰਦਗੀ ਬਹੁਤ ਹੈ, ਉਹਨਾਂ ਦੀ ਸੋਭਾ ਵਿੱਚ ਫਸੇ ਨਾ। ਤੇ ਇਸ ਤਰ੍ਹਾਂ ਜੇ ਕੋਈ ਨਿੰਦਿਆ ਕਰੇ ਵੀ ਹੁਣ 100 ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ, ਤਾਂ ਵੀ ਪਰਵਾਹ ਨਾ ਕਰੇ ਵੀ ਇਹ ਨਿੰਦਿਆ ਕਰਦੇ ਨੇ, ਮਾੜਾ ਕਹਿੰਦੇ ਨੇ। ਬਸ ਇਹ ਸਮਝੇ ਵੀ ਮੈਂ ਹੁਣ ਹੀ ਸਮਝ ਗਿਆ ਹਾਂ ਤੇ ਹੁਣੇ ਹੀ ਨਾਮ ਜਪ ਕੇ ਜੀਵਨ ਸਫਲ ਕਰ ਲਈਏ। ਸਤਿਗੁਰੂ ਮਹਾਰਾਜ ਕਹਿੰਦੇ ਭਾਈ ਤੂੰ ਬੰਦਗੀ ਕਰਨ ਵਾਸਤੇ ਆਇਆ ਹੈ, ਬੰਦਗੀ ਕਰਿਆ ਕਰ। ਜਿੱਥੇ ਸੰਸਾਰਕ ਕਾਰ ਵਿਹਾਰ ਕਰਦੇ ਆ, ਦੁਨੀਆ 'ਚ ਸੁਖੀ ਜੀਵਨ ਜਿਉਣਾ ਚਾਹੁੰਦੇ ਆ, ਉੱਥੇ ਨਾਮ ਵੀ ਜਪੀਏ, ਆਪਣਾ ਪਰਲੋਕ ਵੀ ਸਵਾਰੀਏ। ਸਤਿਗੁਰੂ ਸਾਰਿਆਂ 'ਤੇ ਰਹਿਮਤ ਕਰਨ। ਸਮਾਪਤੀ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਗੁਰੂ ਰੂਪ ਖਾਲਸਾ ਸਾਧ ਸੰਗਤ ਮਾਫੀ ਬਖਸ਼ ਦੇਣੀ, ਅੱਗੇ ਵਾਸਤੇ ਸੁਮਤ ਬਖਸ਼ਣੀ ਜੀ। ਉਸਤਤ ਨਿੰਦਾ ਕਰੇ ਨਰ ਕੋਈ। ਨਾਮੇ ਸ੍ਰੀ ਰੰਗ ਭੇਟਲ ਸੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾ ਪਾਇਆ ਸਹਿਜ ਸੇਤੀ, ਮਨ ਵਚਿਆ ਵਾਧਾਈਆ। ਰਾਗ ਰਤਨ ਪਰਵਾਰ ਪਰਿਆ, ਸ਼ਬਦ ਗਾਵਣ ਆਈਆ।